ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤਾ। ਅੰਮ੍ਰਿਤਮਈ ਬਾਣੀ ਦੀ ਪਵਿੱਤਰ ਵਿਚਾਰ ਦੇ ਨਾਲ ਸਾਂਝ ਪਾਉਣ ਲਈ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਅੱਜ ਦੇ ਅੰਮ੍ਰਿਤਮਈ ਬਚਨ ਪਾਵਨ ਸ਼ਲੋਕ ਦੇ ਦੁਆਰਾ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਸ਼ਲੋਕ ਮਹਲਾ ਨੌਵਾਂ। ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ। ਕਹੋ ਨਾਨਕ ਸੁਨ ਰੇ ਮਨਾ ਪਰਹਿ ਨਾ ਜਮ ਕੈ ਧਾਮ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਨੌਵੇਂ ਪਾਤਸ਼ਾਹ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਉਚਾਰਨ ਕੀਤੇ ਹੋਏ ਪਾਵਨ ਸ਼ਲੋਕ, ਜਿਨ੍ਹਾਂ ਵਿੱਚੋਂ ਅੱਜ ਦੇ ਜੋ ਪਾਵਨ ਸ਼ਲੋਕ ਆਪ ਜੀ ਨੇ ਸਰਵਨ ਕੀਤੇ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1427 ਦੇ ਉੱਪਰ ਸੁਭਾਏਮਾਨ ਨੇ। ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਦਾ ਮਕਸਦ ਸਾਨੂੰ ਦੁਨਿਆਵੀ ਜੀਵਾਂ ਨੂੰ, ਮਨੁੱਖੀ ਜੀਵਾਂ ਨੂੰ ਆਪਣੇ ਮੂਲ ਦੀ ਪਛਾਣ ਕਰਾ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜਨਾ ਹੈ। ਸਤਿਗੁਰ ਸੱਚੇ ਗੁਰੂ ਦਾ ਇੱਕੋ ਹੀ ਮਕਸਦ ਹੈ ਕਿ ਜਿਹੜਾ ਵੀ ਚਰਨ ਸ਼ਰਨ ਦੇ ਵਿੱਚ ਆਇਆ ਹੈ ਉਹਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜਨਾ ਹੈ। ਤੇ ਇੱਕ ਅਕਾਲ ਪੁਰਖ ਦੇ ਨਾਲ ਜੁੜਨ ਵਾਸਤੇ ਜਾਂ ਆਪਣੇ ਮੂਲ ਦੇ ਨਾਲ ਜੁੜਨ ਵਾਸਤੇ ਮਨ ਦੀ ਸਾਨੂੰ ਜ਼ਰੂਰਤ ਹੈ। ਮਨ ਦੇ ਰਾਹੀਂ ਹੀ ਜੁੜਿਆ ਜਾ ਸਕਦਾ ਹੈ। ਇਸ ਕਰਕੇ ਮਨ ਨੂੰ ਹੀ ਸੰਬੋਧਨ ਕਰਦਿਆਂ ਹੋਇਆਂ ਕਹਿ ਰਹੇ ਨੇ ਕਿ ਹੇ ਮਨ ਤੂੰ ਸੁਣ। ਜਿਹਬਾ ਦੇ ਨਾਲ ਉਸ ਮਾਲਕ ਦੇ ਗੁਣ ਗਾਣੇ ਨੇ, ਔਰ ਕੰਨ ਜਿਹੜੇ ਨੇ ਦਿੱਤੇ ਹੋਏ ਇਹ ਤੈਨੂੰ ਉਹਦੇ ਨਾਲ ਤੂੰ ਨਾਮ ਨੂੰ ਸੁਣਨਾ ਹੈ। ਫਿਰ ਬੇਨਤੀ ਸਾਹਿਬ ਜੀ ਨੇ ਆਖਿਆ, ਕਹੋ ਨਾਨਕ ਸੁਨ ਰੇ ਮਨਾ। ਮਨ ਨੂੰ ਜ਼ੋਰ ਦੇ ਕੇ ਕਹਿ ਰਹੇ ਨੇ, ਉਹ ਮਨ ਤੂੰ ਉਸ ਮਾਲਕ ਦੇ ਗੁਣ ਗਾਉਣੇ ਵੀ ਹਨ ਤੇ ਉਸ ਮਾਲਕ ਦੇ ਨਾਮ ਨੂੰ ਸੁਣਨਾ ਵੀ ਹੈ। ਇਸ ਸ਼ਲੋਕ ਦੇ ਵਿੱਚ ਜਿਹਬਾ ਔਰ ਕਰਨ ਦੀ ਗੱਲ ਕੀਤੀ ਹੈ। ਤੇ ਜੇ ਗੁਰਬਾਣੀ ਦੇ ਆਧਾਰ ਤੇ ਆਪਾਂ ਸਮਝਣ ਦਾ ਯਤਨ ਕਰੀਏ ਤੇ ਜਿਸ ਤਲ, ਜਿਸ ਅਵਸਥਾ ਵਿੱਚ ਜਾ ਕੇ ਅਸੀਂ ਨਾਮ ਦੇ ਨਾਲ ਜੁੜਨਾ ਹੈ, ਉੱਥੇ ਤਾਂ ਇੱਕ ਪਾਸੇ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਅੱਖੀਂ ਬਾਝੋਂ ਵੇਖਣਾ, ਵਿਨ ਕੰਨਾ ਸੁਣਨਾ।
ਪੈਰਾਂ ਬਾਝੋਂ ਚੱਲਣਾ ਵਿਣ ਹੱਥਾਂ ਕਰਨਾ। ਜਿਬ ਹੈ ਬਾਝੋਂ ਬੋਲਣਾ ਇਉਂ ਜੀਵਤ ਮਰਨਾ। ਨਾਨਕ ਹੁਕਮ ਪਛਾਣ ਕੈ ਤਉ ਖਸਮੈ ਮਿਲਣਾ। ਇਸ ਵਿਸ਼ੇ ਨੂੰ ਸਮਝ ਕੇ ਆਪਾਂ ਇਸ ਸ਼ਲੋਕ ਦੀ ਵਿਚਾਰ ਦੇ ਨਾਲ ਜੁੜਨਾ ਹੈ ਕਿ ਜਿਹਬਾਂ ਨੂੰ ਉਸ ਮਾਲਕ ਦੇ ਜਿਹੜੇ ਗੁਣ ਗਾਉਣੇ ਨੇ ਉਹ ਕਿਹੜੀ ਅਵਸਥਾ ਚਾਹੀਦੀ ਹੈ। ਕੰਨਾਂ ਦੇ ਨਾਲ ਨਾਮ ਨੂੰ ਸੁਣਨਾ ਹੈ ਤੇ ਉਹ ਅਵਸਥਾ ਕਿਹੜੀ ਹੈ, ਕਿਉਂਕਿ ਇੱਕ ਪਾਸੇ ਤਾਂ ਕਹਿ ਰਹੇ ਨੇ ਕਿ ਜਿਹੜੇ ਆ ਹੱਥ ਪੈਰ, ਇਹ ਜੀਭਾਂ, ਇਹ ਅੱਖਾਂ, ਇਹ ਜੋ ਸਾਨੂੰ ਕੰਨ ਦਿੱਤੇ ਨੇ, ਇਹਨਾਂ ਦੇ ਬਾਝੋਂ ਅਸੀਂ ਪਰਮੇਸ਼ਵਰ ਦੇ ਨਾਮ ਨਾਲ ਜੁੜਨਾ ਹੈ। ਭਾਵ ਪਹਿਲਾਂ ਸਾਹਿਬ ਕਹਿੰਦੇ ਨੇ ਤੇਰੀ ਤਿਆਰੀ ਕਰਾਉਣੀ ਪਏਗੀ ਕਿ ਜਿਸ ਪਾਸੇ ਤੇਰੀਆਂ ਅੱਖਾਂ, ਜਿਸ ਪਾਸੇ ਤੇਰੇ ਕੰਨ, ਜਿਸ ਪਾਸੇ ਤੇਰੀ ਜੀਭਾ, ਜਿਸ ਪਾਸੇ ਨੂੰ ਤੇਰਾ ਇਹ ਹੱਥ ਪੈਰ ਜਿਹੜੇ ਜੁੜੇ ਹੋਏ ਨੇ, ਉਸ ਪਾਸਿਓਂ ਹਟਾ ਕੇ ਤੈਨੂੰ ਉਸ ਰਾਹ ਦੇ ਨਾਲ ਜੋੜਨਾ ਪਏਗਾ ਜਿੱਥੇ ਤੂੰ ਆਪਣੀ ਜੀਭਾਂ ਨਾਲ ਉਸ ਮਾਲਕ ਦੇ ਗੁਣ ਗਾ ਸਕੇ, ਜਿੱਥੇ ਤੂੰ ਆਪਣੇ ਕੰਨਾਂ ਦੇ ਰਾਹੀਂ ਉਸ ਮਾਲਕ ਦੇ ਗੁਣ ਜਿਹੜੇ ਆ ਉਹ ਤੂੰ ਗਾ ਸਕੇ। ਇਹੀ ਕਾਰਨ ਹੈ ਕਿ ਸਾਡਾ ਨਿਤ ਦਾ ਨੇਮ ਜਿਹੜਾ ਹੈ ਅੰਮ੍ਰਿਤ ਵੇਲੇ ਦਾ ਜਾਂ ਗੁਰਬਾਣੀ ਦਾ ਪਾਠ ਜਿਹੜਾ ਸਾਡਾ ਹਰ ਦਿਨ ਦਾ ਹੈ, ਉਹ ਇਸੇ ਵਾਸਤੇ ਹੈ। ਉਹਦੇ ਵਿੱਚ ਸਾਡੀ ਇੱਕ ਤਿਆਰੀ ਕਰਾਈ ਜਾਂਦੀ ਹੈ। ਜਿਵੇਂ ਸਕੂਲ ਦੇ ਵਿੱਚ ਬੱਚੇ ਨੂੰ ਤਿਆਰੀ ਕਰਵਾਈ ਜਾਂਦੀ ਹੈ ਕਿ ਇੱਕ ਦਿਨ ਐਗਜ਼ਾਮ ਹੋਣਗੇ, ਫਾਈਨਲ ਜਿਹੜੇ ਪੇਪਰ ਹੋਣੇ ਨੇ ਉਹਦੇ ਵਿੱਚੋਂ ਤੂੰ ਪਾਸ ਹੋਣਾ ਹੈ, ਪਰ ਉਹ ਇੱਕ ਦਿਨ ਵਿੱਚ ਪਾਸ ਨਹੀਂ ਹੈ ਜਾਂ ਇੱਕ ਦਿਨ ਦੇ ਵਿੱਚ ਉਹ ਡਿਗਰੀ ਨਹੀਂ ਹੈ। ਉਹਦੇ ਵਾਸਤੇ ਬਕਾਇਦਾ ਉਹਦੀ ਤਿਆਰੀ ਕਰਵਾਈ ਜਾਂਦੀ ਹੈ। ਅੱਜ ਵੀ ਜਿਹੜੇ ਸਾਡੇ ਬੱਚਿਆਂ ਦੀ ਦੌੜ ਵਿਦੇਸ਼ਾਂ ਵੱਲ ਨੂੰ ਲੱਗੀ ਹੋਈ ਹੈ, ਸਟੱਡੀ ਕਰਕੇ, ਪੜ੍ਹਾਈ ਕਰਕੇ, ਪਰ ਪਹਿਲਾਂ ਇੱਥੇ ਇੱਕ ਤਿਆਰੀ ਉਹਨਾਂ ਦੀ ਕਰਵਾਈ ਜਾਂਦੀ ਹੈ। ਇੱਕ ਇੱਥੇ ਵੀ ਇੱਕ ਪੇਪਰ ਜਿਹੜਾ ਉਹ ਦੇਣਾ ਪੈਂਦਾ ਹੈ, ਉਹਦੇ ਵਿੱਚੋਂ ਦੀ ਨੰਬਰ ਆਉਂਦੇ ਨੇ, ਫਿਰ ਜਾ ਕੇ ਅਪਲਾਈ ਹੁੰਦਾ ਹੈ। ਇਸੇ ਤਰ੍ਹਾਂ ਸਾਹਿਬ ਕਹਿੰਦੇ ਆ ਪਹਿਲਾਂ ਮੈਂ ਤੇਰੀ ਤਿਆਰੀ ਕਰਾਵਾਂ, ਕਿਉਂਕਿ ਜੇ ਤੂੰ ਸੁਣਨ ਦੀ ਤੇ ਜੇ ਤੂੰ ਜਪਣ ਦੀ ਗੱਲ ਕਰਦਾ ਹੈ, ਪੜ੍ਹਨ ਦੀ ਉਹ ਤੇ ਹੋ ਰਿਹਾ ਹੈ, ਉਹਦੇ ਵਿੱਚ ਤਾਂ ਕੋਈ ਕਮੀ ਨਹੀਂ ਹੈ। ਸਾਰਾ ਸਾਰਾ ਦਿਨ ਕੰਨ ਸੁਣ ਰਹੇ ਨੇ, ਸਾਰਾ ਸਾਰਾ ਦਿਨ ਅੱਖਾਂ ਪੜ੍ਹ ਰਹੀਆਂ ਨੇ, ਸਾਰਾ ਸਾਰਾ ਦਿਨ ਇਹ ਜਿਹੜੀ ਜੀਭ ਹੈ ਇਹ ਬੋਲ ਰਹੀ ਹੈ, ਸਾਰਾ ਸਾਰਾ ਦਿਨ ਚੱਲ ਰਿਹਾ ਹੈ, ਮੁਬਾਰਕ ਹੈ। ਪਰ ਜਿਸ ਅਵਸਥਾ ਵਿੱਚ ਜਾ ਕੇ ਅਸੀਂ ਜੁੜਨਾ ਚਾਹੁੰਦੇ ਹਾਂ, ਜਿੱਥੇ ਸਾਨੂੰ ਜਮਾਂ ਦੇ ਵੱਸ ਨਾ ਪੈਣਾ ਪਵੇ, ਦੁੱਖਾਂ ਦੇ ਵੱਸ ਨਾ ਪੈਣਾ ਪਏ, ਜਿੱਥੇ ਸਾਨੂੰ ਨਰਕ ਦਾ ਭਾਗੀ ਨਾ ਬਣਨਾ ਪਏ, ਭਾਵ ਦੁੱਖਾਂ ਦਾ ਭਾਗੀ ਨਾ ਬਣਨਾ ਪਵੇ, ਅਸੀਂ ਉਸ ਤਲ ਤੇ ਅੰਮ੍ਰਿਤ ਬਾਣੀ ਦੇ ਨਾਲ ਜੁੜਨਾ ਹੈ। ਜਦੋਂ ਅਸੀਂ ਰੋਜ਼ ਅੰਮ੍ਰਿਤਮਈ ਬਾਣੀ ਦਾ ਪਾਠ ਕਰਦੇ ਹਾਂ ਤੇ ਉਹ ਸਾਡੀ ਇੱਕ ਤਿਆਰੀ ਹੈ। ਤੇ ਰੋਜ਼ ਅਸੀਂ ਸੰਬੋਧਨ ਕਰਦੇ ਹਾਂ, ਇਹ ਸਰਵਣ ਹੋ ਮੇਰੇ ਹੋ ਸਾਚੈ ਸੁਣਨੇ ਨੂੰ ਪਠਾਏ। ਕਿ ਲੱਗੇ ਹੈ ਸੁਣਨ ਵਾਲੇ ਕੰਨ। ਹੁਣ ਸੰਬੋਧਨ ਮਨ ਨੂੰ ਹੀ ਕਰਨਾ ਹੈ, ਕਿਉਂਕਿ ਮਨ ਦੇ ਰਾਹੀਂ ਹੀ ਸੁਣਿਆ ਜਾਣਾ ਹੈ, ਮਨ ਦੇ ਰਾਹੀਂ ਹੀ ਜਿਹੜਾ ਉਹ ਜਪਿਆ ਜਾਣਾ ਹੈ, ਇਸ ਜੀਭਾ ਦੇ ਨਾਲ ਬੋਲਿਆ ਜਾਣਾ ਹੈ, ਮਨ ਰਾਹੀਂ ਹੀ ਜਿਹੜਾ ਉਹ ਸੁਣਿਆ ਜਾਏਗਾ। ਇਸ ਲਈ ਸੰਬੋਧਨ ਮਨ ਨੂੰ ਹੈ ਤੇ ਮਨ ਨੂੰ ਸੰਬੋਧਨ ਕਰਕੇ ਅਸੀਂ ਸੁਣਨ ਵਾਲੇ ਆਪਣੇ ਇਸ ਕੰਨਾਂ ਨੂੰ ਪ੍ਰੇਰਿਤ ਕਰਨਾ ਹੈ ਕਿ ਇਹ ਸਰਵਣ ਹੋ ਮੇਰਿਓ ਸਾਚੈ ਸੁਣਨੇ ਨੂੰ ਪਠਾਏ। ਤੁਹਾਡੀ ਜਿਹੜੀ ਬਣਤਰ ਬਣਾਈ ਗਈ ਹੈ ਕੁਦਰਤੀ ਤੌਰ ਤੇ, ਉਹ ਤੁਹਾਨੂੰ ਸੱਚ ਸੱਚੇ ਨਾਮ ਨੂੰ ਸੁਣਨ ਵਾਸਤੇ, ਜਿਹੜੀ ਤੁਹਾਡੇ ਕੋਲ ਸਰੋਤ ਹੈ, ਉਹ ਸੁਣਨ ਵਾਲੀ ਸਰੋਤ ਇਸ ਲਈ ਹੈ ਕਿ ਤੁਸੀਂ ਸੱਚ ਨੂੰ ਸੁਣ ਸਕੋ, ਤੁਸੀਂ ਸੱਚੇ ਨਾਮ ਨੂੰ ਸੁਣ ਸਕੋ, ਜਾਂ ਸੱਚ ਦੇ ਬੋਲ ਤੁਹਾਡੇ ਕੰਨਾਂ ਦੇ ਵਿੱਚ ਤੁਹਾਨੂੰ ਸੁਣਾਈ ਦੇਣ। ਪਰ ਇੱਕ ਅਵਸਥਾ ਇਹ ਵੀ ਆ ਜਾਂਦੀ ਹੈ ਵੀ ਕੰਨ ਸੁਣ ਤਾਂ ਰਹੇ ਨੇ, ਅੱਖਾਂ ਵੇਖ ਵੀ ਰਹੀਆਂ ਨੇ, ਪਰ ਕਹਿਣਾ ਪਏਗਾ ਕਿ ਮਾਇਆ ਧਾਰੀ ਅਤ ਅੰਨਾ ਬੋਲਾ। ਹੁਣ ਅਸੀਂ ਕਹਿ ਰਹੇ ਹਾਂ ਵੀ ਉਹ ਅੰਨਾ ਵੀ ਹੈ ਤੇ ਬੋਲਾ ਵੀ ਹੈ। ਇਹਦਾ ਮਤਲਬ ਇਹ ਨਹੀਂ ਕਿ ਉਹਦੇ ਕੋਲ ਅੱਖਾਂ ਵਿੱਚ ਰੋਸ਼ਨੀ ਨਹੀਂ,
ਉਹਦੇ ਕੋਲ ਕੰਨਾਂ ਵਿੱਚ ਸੁਣਨ ਦੀ ਸਰੋਤ ਨਹੀਂ, ਸੁਣਦਾ ਵੀ ਉਹਨੂੰ ਚੰਗਾ ਭਲਾ ਹੈ, ਵੇਖ ਵੀ ਰਿਹਾ ਹੈ, ਪਰ ਪਹਿਲਾਂ ਕਹਿ ਦਿੱਤਾ ਮਾਇਆ ਧਾਰੀ। ਜਿਹਨੇ ਮਾਇਆ ਨੂੰ ਧਾਰਨ ਕਰ ਲਿਆ, ਤਿੰਨ ਗੁਣਾਂ ਦੇ ਜੰਜਾਲ ਵਿੱਚ ਜਿਹੜਾ ਫਸਿਆ ਹੋਇਆ ਹੈ, ਉਹ ਅੰਨਾ ਵੀ ਹੈ ਤੇ ਬੋਲਾ ਵੀ ਹੈ। ਭਾਵ ਨਾ ਉਹ ਸੱਚ ਵੇਖਦਾ ਹੈ ਤੇ ਨਾ ਉਹ ਸੱਚ ਸੁਣਦਾ ਹੈ। ਜਿਵੇਂ ਇਹ ਪੰਕਤੀ ਅੱਜ ਦੇ ਸਮੇਂ ਵਿੱਚ ਜੇ ਕਹੀ ਜਾ ਸਕੇ ਤੇ ਕਿੰਨਾ ਰੌਲਾ ਪੈ ਰਿਹਾ ਹੈ, ਕਿੰਨੀਆਂ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਨੇ, ਪਰ ਸਾਡੇ ਸਮੇਂ ਦੀ ਸਰਕਾਰ ਨਾ ਸੱਚ ਵੇਖਦੀ ਹੈ ਤੇ ਨਾ ਹੀ ਉਹਨੂੰ ਸੱਚ ਸੁਣਾਈ ਦਿੰਦਾ ਹੈ। ਕਹਿਣਾ ਪਏਗਾ ਵੀ ਉਹ ਅੰਨੀ ਵੀ ਹੈ ਤੇ ਬੌਲੀ ਵੀ ਹੈ, ਮਾਫ ਕਰਨਾ। ਉਹ ਕਿਉਂ ਹੈ? ਕਿਉਂਕਿ ਮਾਇਆ ਧਾਰੀ ਜੁੜ ਗਿਆ ਨਾਲ। ਜਿੱਥੇ ਮਾਇਆ ਧਾਰੀ ਦੀ ਅਵਸਥਾ ਆ ਜਾਏਗੀ, ਉਹ ਨਾ ਸੱਚ ਵੇਖ ਪਾਏਗਾ ਤੇ ਨਾ ਸੱਚ ਸੁਣ ਪਾਏਗਾ, ਤੇ ਜੋ ਮੁਖ ਚੋਂ ਬੋਲੇਗਾ ਰੋਲ ਕਝੋਲ ਹੀ ਬੋਲੇਗਾ। ਭਾਵ ਉਹ ਸੱਚ ਵਾਲੇ ਬੋਲ ਵੀ ਆਪਣੇ ਮੁਖ ਤੋਂ ਨਹੀਂ ਬੋਲ ਪਾਏਗਾ। ਇਸ ਲਈ ਸਾਹਿਬ ਕਹਿੰਦੇ ਆ ਮੈਂ ਪਹਿਲਾਂ ਤੇਰੀ ਤਿਆਰੀ ਕਰਾਵਾਂ। ਸਾਹਿਬ ਕਹਿੰਦੇ ਤਿਆਰੀ ਕਰਵਾਉਂਦਿਆਂ ਤੈਨੂੰ ਇੱਕ ਗੱਲ ਸਮਝਾਈ ਜਾਏਗੀ, ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨ ਜਾਏ। ਤੂੰ ਅਨ ਰਸ ਜਿਹੜੇ ਹੋਰ ਨੇ, ਰਸ ਕਿਹੜੇ ਨੇ? ਨਿੰਦਾ, ਚੁਗਲੀ, ਕੂੜ, ਜਿਹੜੇ ਅਸੀਂ ਕਬੋਲ ਬੋਲ ਰਹੇ ਹਾਂ, ਆ ਵਿਕਾਰਾਂ ਵਾਲੇ ਜਿਹੜੇ ਰਸ ਨੇ, ਉਹ ਸਾਡੀ ਜੀਭਾਂ ਨੂੰ ਲੱਗੇ ਹੋਏ ਨੇ। ਇਹ ਹੋਰ ਹੋਰ ਰਸ ਜਿਹੜੀ ਹੈ ਸਾਡੀ ਰਸਨਾ ਰਸ ਲੈ ਰਹੀ ਹੈ, ਪਰ ਇਹਦੇ ਨਾਲ ਇਹਦੀ ਤ੍ਰਿਸ਼ਨਾ ਨਹੀਂ ਮੁੱਕ ਰਹੀ। ਹੁਣ ਜਿੰਨਾ ਚਿਰ ਅੰਦਰ ਸਬਰ ਨਹੀਂ ਆਏਗਾ, ਅਸੀਂ ਗੁਣ ਵੀ ਨਹੀਂ ਗਾ ਸਕਦੇ, ਅਸੀਂ ਨਾਮ ਵੀ ਨਹੀਂ ਸੁਣ ਸਕਦੇ। ਨਾਮ ਨੂੰ ਸੁਣਨ ਵਾਸਤੇ ਪਹਿਲਾਂ ਕੰਨਾਂ ਨੂੰ ਪ੍ਰੇਰਿਤ ਕਰਨਾ ਪਏਗਾ। ਨਾਮ ਨੂੰ ਜਪਣ ਵਾਸਤੇ, ਜੇਬਾਂ ਨਾਲ ਉਹਦੇ ਗੁਣ ਗਾਉਣ ਵਾਸਤੇ ਪਹਿਲਾਂ ਇਹ ਵਿਗੜਿਆ ਹੋਇਆ ਢਾਂਚਾ ਸਵਾਰਨਾ ਪਏਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਆਪਣੀ ਵਾਰ ਦੇ ਵਿੱਚ ਜ਼ਿਕਰ ਕੀਤਾ। ਉਹ ਸਿਰ ਤੋਂ ਲੈ ਕੇ ਪੈਰ ਤੱਕ ਦੀ ਗੱਲ ਕਰਦੇ ਨੇ। ਕਹਿਣ ਲੱਗੇ ਧ੍ਰਿਗ ਸਿਰ ਜੋ ਗੁਰ ਨਾ ਨਿਵੈ, ਗੁਰ ਲੱਗੇ ਨਾ ਚਰਨੀ। ਉਹ ਸਿਰ ਧ੍ਰਿਗ ਹੈ, ਫਿਟਕਾਰ ਹੈ ਉਸ ਸੀਸ ਨੂੰ, ਜਿਹੜਾ ਥਾਂ ਥਾਂ ਤੇ ਤਾਂ ਝੁਕਦਾ, ਬੰਦਿਆਂ ਅੱਗੇ ਤਾਂ ਝੁਕਦਾ ਹੈ, ਪਰ ਜਿਹਦੇ ਅੱਗੇ ਸਿਰ ਝੁਕਣਾ ਚਾਹੀਦਾ ਉਹਦੇ ਅੱਗੇ ਝੁਕਿਆ ਹੀ ਕੋਈ ਨਹੀਂ। ਉਹਦੇ ਅੱਗੇ ਉਹ ਸਿਰ ਜਿਹੜਾ ਉਹ ਝੁਕਦਾ ਨਹੀਂ। ਫਿਰ ਉਹਨੂੰ ਕੀ ਕਿਹਾ? ਧ੍ਰਿਗ, ਫਿਟਕਾਰ ਪਾਈ ਗਈ ਹੈ। ਕਹਿਣ ਲੱਗੇ ਧ੍ਰਿਗ ਸਿਰ ਜੋ ਗੁਰ ਨਾ ਨਿਵੈ, ਗੁਰ ਲੱਗੇ ਨਾ ਚਰਨੀ। ਧ੍ਰਿਗ ਲੋਇਨ ਗੁਰ ਦਰਸ ਵਿਣ। ਉਹ ਲੋਇਨ, ਉਹ ਅੱਖਾਂ ਵੀ ਧਿਰਕਾਰ ਯੋਗ, ਫਿਟਕਾਰ ਯੋਗ ਨੇ, ਜਿਹੜੇ ਗੁਰੂ ਦਾ ਦੀਦਾਰ, ਗੁਰੂ ਦਾ ਦਰਸ਼ਨ ਨਹੀਂ ਕਰਦੀਆਂ। ਕਹਿਣ ਲੱਗੇ ਵੇਖੈ ਪਰ ਤਰਨੀ। ਤਰਨੀ ਦਾ ਅਰਥ ਹੈ ਵੀ ਇਸਤਰੀ ਦਾ ਰੂਪ ਜਾਂ ਮਾਇਆਵੀ ਰੂਪ। ਇਹ ਜਿਹੜੇ ਨੇ ਇਹ ਸੰਸਾਰ ਦੇ ਰੂਪ ਰੰਗ ਹੀ ਅੱਖਾਂ ਵੇਖਦੀਆਂ ਪਈਆਂ ਨੇ, ਜਿਹਨੂੰ ਇੱਕ ਪਾਸੇ ਇਸ ਤਰ੍ਹਾਂ ਵੀ ਕਿਹਾ ਗਿਆ ਕਿ ਅੱਖੀਂ ਵੇਖਣ ਰੱਜੀਆਂ ਬੋ ਰੰਗ ਤਮਾਸ਼ੇ। ਤੇ ਭਾਈ ਸਾਹਿਬ ਜੀ ਕਹਿ ਰਹੇ ਨੇ, ਕਹਿਣ ਲੱਗੇ ਧ੍ਰਿਗ ਲੋਇਣ ਗੁਰ ਦਰਸ ਵਿਣ, ਵੇਖੈ ਪਰ ਤਰਨੀ। ਧ੍ਰਿਗ ਸਰਵਣ ਉਪਦੇਸ਼ ਵਿਣ। ਕਹਿੰਦੇ ਨੇ ਆ ਜਿਹੜੇ ਕੰਨ ਨੇ ਇਹ ਵੀ ਫਿਟਕਾਰ ਯੋਗ ਨੇ, ਜਿਹੜੇ ਗੁਰੂ ਦਾ ਉਪਦੇਸ਼ ਨਹੀਂ ਸੁਣਦੇ, ਦੁਨੀਆ ਦੀਆਂ ਹੋਰ ਹੋਰ ਗੱਲਾਂ ਤੇ ਇਹ ਸੁਣਦੇ ਨੇ, ਪਰ ਇਹ ਗੁਰੂ ਦੇ ਉਪਦੇਸ਼ ਨੂੰ ਨਹੀਂ ਸੁਣਦੇ, ਜਿਹਦੇ ਵਿੱਚ ਸੱਚ ਹੈ। ਜਿਹੜਾ ਸੱਚ ਹੈ ਉਹ ਸੱਚ। ਗੁਰਬਾਣੀ ਕੀ ਹੈ? ਸੱਚ ਸੁਣਾਈ ਸੀ ਸੱਚ ਕੀ ਵੇਲਾ। ਇਹ ਹਰ ਵੇਲੇ ਸੱਚ ਗੁਰਬਾਣੀ ਸੁਣਾਉਂਦੀ ਹੈ, ਪਰ ਇਹ ਨਹੀਂ ਧਿਆਨ ਲਾ ਕੇ ਸੁਣ ਪਾ ਰਿਹਾ। ਤੇ ਭਾਈ ਸਾਹਿਬ ਕਹਿੰਦੇ ਫਿਟਕਾਰ ਹੈ ਇਹਦੇ ਕੰਨਾਂ ਨੂੰ। ਫਿਰ ਉਹਨਾਂ ਆਖਿਆ ਵੀ ਜਿਹਬਾ ਧ੍ਰਿਗ ਜਿਹਬਾ ਗੁਰ ਸ਼ਬਦ ਬਿਨ। ਹੋਰ ਮੰਤਰ ਸਿਮਰਨੀ। ਇਹ ਜੀਭਾ ਸਾਡੀ ਹੋਰ ਹੋਰ ਮੰਤਰ ਤਾਂ ਸਿਮਰਨ ਦੀ ਪਈ ਹੈ, ਸਿਮਰਦੀ ਪਈ ਹੈ, ਪਰ ਇਹ ਗੁਰੂ ਜਿਹੜਾ ਗੁਰੂ ਦੇ ਸ਼ਬਦ ਹੈ ਉਹਦੇ ਨਾਲ ਇਹ ਜੀਭਾ ਜੁੜਨ ਵਾਸਤੇ ਤਿਆਰ ਨਹੀਂ। ਗੁਰੂ ਦੇ ਸ਼ਬਦ ਵਿੱਚੋਂ ਰਸ, ਗੁਰੂ ਦੇ ਸ਼ਬਦ ਵਿੱਚੋਂ ਸੱਚ ਬੋਲਣ ਲਈ ਤਿਆਰ ਨਹੀਂ। ਤੇ ਭਾਈ ਸਾਹਿਬ ਜੀ ਕਹਿੰਦੇ ਇਹ ਜੀਭਾ ਵੀ ਜਿਹੜੀ ਹੈ ਉਹ ਫਿਟਕਾਰ ਯੋਗ ਹੈ। ਹੋਰ ਮੰਤਰ ਸਿਮਰਨੀ। ਇਹ ਹੋਰ ਹੋਰ ਮੰਤਰ ਤਾਂ ਜੀਭਾ ਸਿਮਰੀ ਜਾਂਦੀ ਹੈ, ਪਰ ਜਿਹੜਾ ਗੁਰੂ ਨੇ ਮੰਤਰ ਦਿੱਤਾ ਹੈ ਉਹ ਇਹਦੇ ਕੋਲੋਂ ਸਿਮਰਿਆ ਨਹੀਂ ਜਾਂਦਾ।
ਫਿਰ ਉਹ ਕਹਿਣ ਲੱਗੇ ਆ ਜਿਹੜਾ ਤੁਹਾਡਾ ਹੱਥ ਪੈਰ ਨੇ ਨਾ, ਇਹ ਵੀ ਤੁਹਾਡੇ ਜਿਹੜੇ ਨੇ ਇਹ ਫਿਟਕਾਰ ਯੋਗ ਨੇ, ਜੇ ਤੁਹਾਡੇ ਇਹ ਸੇਵਾ ਦੇ ਵਿੱਚ ਨਹੀਂ ਲੱਗਦੇ। ਖੈਰ ਆਪਾਂ ਇਹਦੇ ਵਿੱਚੋਂ ਦੋ ਜਿਹੜੇ ਗੱਲਾਂ ਲੈਣੀਆਂ ਨੇ, ਇੱਕ ਕੰਨਾਂ ਦੀਆਂ ਤੇ ਇੱਕ ਜੇਬਾਂ ਦੀਆਂ। ਭਾਈ ਸਾਹਿਬ ਕਹਿੰਦੇ ਉਹ ਸਰਵਣ ਵੀ ਜਿਹੜੇ ਸੁਣਨ ਵਾਲੇ ਕੰਨ ਨੇ ਫਿਟਕਾਰ ਯੋਗ, ਜਿਹੜੇ ਗੁਰੂ ਦਾ ਉਪਦੇਸ਼ ਜਿਹੜਾ ਉਹ ਨਹੀਂ ਸੁਣਦੇ, ਸੁਰਤ ਆਪਣੀ ਸ਼ਬਦ ਨਾਲ ਨਹੀਂ ਜੋੜਦੇ ਨੇ। ਤੇ ਜੇ ਉਹ ਜੇਬਾਂ ਵੀ ਫਿਟਕਾਰ ਯੋਗ ਹੈ, ਜਿਹੜੀ ਗੁਰੂ ਦਾ ਸ਼ਬਦ ਨਹੀਂ ਰਸਨਾ ਜਪਦੀ, ਜੇਬਾਂ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦੀ, ਹੋਰ ਮੰਤਰ ਜਿਹੜੇ ਨੇ ਇਹਦੇ ਰਸਨਾ ਉੱਤੇ ਚੱਲਦੇ ਨੇ। ਇਸ ਲਈ ਗੁਰਬਾਣੀ ਵਿੱਚ ਸਾਨੂੰ ਬਾਰ-ਬਾਰ ਇਹ ਗੱਲ ਜਿਹੜੀ ਹੈ ਉਹ ਕਹਿ ਕੇ ਸਮਝਾਇਆ ਤੇ ਪ੍ਰੇਰਿਆ ਗਿਆ ਕਿ ਰਸਨਾ ਗੁਣ ਗੋਪਾਲ ਨਿਧ ਗਾਇਣ। ਇਹ ਰਸਨਾ ਤੂੰ ਉਸ ਗੋਪਾਲ ਦੇ ਗੁਣ ਗਾ ਜਿਹੜਾ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਜਿਹੜਾ ਸਾਰੇ ਖਜ਼ਾਨਿਆਂ ਦਾ ਬਖਸ਼ਿਸ਼ਾਂ ਦਾ ਮਾਲਕ ਹੈ। ਜੇ ਤੂੰ ਰਸਨਾ ਗੁਣ ਗਾਉਣੇ ਨੇ ਤੇ ਉਸ ਮਾਲਕ ਦੇ ਗੁਣ ਗਾ, ਜਿਹਦੇ ਗੁਣ ਗਾਉਂਦਿਆਂ ਤੇਰੇ ਅੰਦਰ ਉਸ ਮਾਲਕ ਦੀ ਬਖਸ਼ਿਸ਼ ਵਰਤ ਸਕੇ, ਜਿਹਦੇ ਗੁਣ ਗਾਉਂਦਿਆਂ ਹੋਇਆਂ ਤੇਰੇ ਜੀਵਨ ਦੇ ਦੁੱਖ ਜਿਹੜੇ। ਅਸੀਂ ਗੁਣ ਕਿਉਂ ਗਾਉਣੇ ਨੇ? ਰੱਬੀ ਬਾਣੀ ਦੇ ਵਿੱਚੋਂ ਦੀ ਅਸੀਂ ਆਪਣੀ ਰਸਨਾ ਦੇ ਰਾਹੀਂ ਮਨ ਦੇ ਨਾਲ ਜੁੜ ਕੇ ਕਿਉਂ ਉਹਦੇ ਗੁਣ ਗਾਉਣੇ ਨੇ? ਅਸੀਂ ਮਨ ਦੇ ਰਾਹੀਂ ਕੰਨਾਂ ਨਾਲ ਜੁੜ ਕੇ ਕਿਉਂ ਉਹਦੇ ਗੁਣਾਂ ਨੂੰ ਅਸੀਂ ਸੁਣਨਾ ਹੈ? ਤਾਂ ਕਿ ਸਾਡੇ ਅੰਦਰ ਦੁੱਖ ਤੇ ਪਾਪ ਦਾ ਨਾਸ਼ ਹੋ ਜਾਏ। ਜਿਹੜੇ ਸਾਡੇ ਅੰਦਰ ਪਾਪ ਦੀ ਮਲ ਭਰੀ ਪਈ ਹੈ, ਉਹ ਪਾਪ ਦੀ ਮਲ ਕਿਤੇ ਸਾਡੇ ਅੰਦਰੋਂ ਦੀ ਨਿਕਲ ਜਾਏ। ਇਸ ਲਈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਅੱਜ ਦੇ ਇਸ ਪਾਵਨ ਸ਼ਲੋਕ ਦੇ ਵਿੱਚ ਕਿਰਪਾ ਕਰਦੇ ਨੇ। ਸਾਹਿਬ ਜੀ ਕਹਿੰਦੇ ਜਿਹਬਾ ਗੁਣ ਗੋਬਿੰਦ ਭਜਹੁ। ਜਿਹਬਾ ਇਹ ਜਿਹੜੀ ਤੁਹਾਡੀ ਜੀਭ ਹੈ, ਮਨ ਨੂੰ ਕਹਿ ਰਹੇ ਨੇ ਕਿ ਮਨ ਜਿਹੜੀ ਤੈਨੂੰ ਜਪਣ ਵਾਸਤੇ ਜੀਭ ਜਿਹੜੀ ਆ ਉਹ ਦਿੱਤੀ ਗਈ ਹੈ। ਹੁਣ ਦੇਖੋ ਆ ਬੋਲਣਾ ਜਿਹੜਾ ਹੈ, ਸੁਣਨਾ ਜਿਹੜਾ, ਦੇਖਣਾ, ਇਹ ਹੈ ਤੇ ਮਨ ਦੇ ਰਾਹੀਂ ਆ ਨਾ। ਹੁਣ ਮਨ ਜਿਹੜਾ ਹੈ ਉਹ ਕਿਤੇ ਹੋਰ ਜੁੜਿਆ ਹੋਵੇ ਤੇ ਜਿਹੜੇ ਬੋਲ ਅਸੀਂ ਬੋਲਣਾ ਚਾਹੁੰਦੇ ਹਾਂ ਉਹ ਨਹੀਂ ਬੋਲ ਪਾਵਾਂਗੇ। ਮਨ ਕਿਤੇ ਹੋਰ ਜੁੜਿਆ ਹੋਵੇ ਤੇ ਜੋ ਅਸੀਂ ਸੁਣਨਾ ਚਾਹੁੰਦੇ ਹਾਂ ਉਹ ਅਸੀਂ ਨਹੀਂ ਸੁਣ ਪਾਵਾਂਗੇ। ਮਨ ਕਿਤੇ ਹੋਰ ਹੋ, ਕਿਉਂਕਿ ਜਿੱਥੇ ਮਨ ਹੋਏਗਾ ਧਿਆਨ ਵੀ ਉੱਥੇ ਹੀ ਹੋਏਗਾ, ਸੁਰਤ ਵੀ ਉੱਥੇ ਹੀ ਹੋਏਗੀ ਜਿੱਥੇ ਮਨ ਹੋਏਗਾ। ਜੋ ਮਨ ਵਿੱਚ ਚੱਲਦਾ ਹੋਏਗਾ ਉਹੀ ਧਿਆਨ ਵਿੱਚ ਹੋਏਗਾ, ਉਹੀ ਸਾਡੀ ਸੁਰਤੀ ਵੀ ਉੱਥੇ ਹੀ ਲੱਗੀ ਹੋਏਗੀ। ਕਈ ਵਾਰ ਅਸੀਂ ਕਹਿ ਦਿੰਦੇ ਹਾਂ, ਬੰਦਾ ਕਹਿੰਦਾ ਤੂੰ ਮੈਨੂੰ ਵੇਖਿਆ ਨਹੀਂ, ਤੂੰ ਮੇਰੇ ਕੋਲੋਂ ਦੀ ਲੰਘ ਗਿਆ। ਉਹ ਕਹਿੰਦਾ ਨਹੀਂ, ਮੇਰਾ ਧਿਆਨ ਕਿਤੇ ਹੋਰ ਸੀ। ਸਾਹਮਣਿਓਂ ਬੰਦਾ ਲੰਘ ਗਿਆ, ਵੇਖਿਆ ਹੀ ਨਹੀਂ। ਕਿਉਂ ਨਹੀਂ ਵੇਖਿਆ? ਕਿਉਂਕਿ ਧਿਆਨ ਕਿਸੇ ਹੋਰ ਪਾਸੇ ਸੀ। ਜਾਂ ਰਾਹ ਦੇ ਵਿੱਚ ਕੋਈ ਐਸੀ ਕੋਈ ਚੀਜ਼ ਆਈ, ਬੰਦਾ ਕਹਿੰਦਾ ਤੂੰ ਇਸ ਰਾਹ ਤੋਂ ਲੰਘ ਕੇ ਆਇਆ ਤੇ ਫਲਾਣੀ ਚੀਜ਼ ਤੂੰ ਦੇਖੀ ਨਹੀਂ। ਉਹ ਕਹਿਣ ਲੱਗਾ ਨਹੀਂ, ਮੇਰਾ ਧਿਆਨ ਹੀ ਨਹੀਂ ਸੀ। ਜਾਂ ਫਿਰ ਅਸੀਂ ਕਹਿੰਦੇ ਆ ਵੀ ਆਹ ਗੱਲ ਜਿਹੜੀ ਹੈ ਉਹ ਮੈਂ ਸੁਣੀ ਨਹੀਂ, ਤੂੰ ਦੁਬਾਰਾ ਸੁਣਾ। ਉਹ ਕਹਿੰਦੇ ਮੈਂ ਇੰਨੇ ਸਮੇਂ ਤੋਂ ਤੈਨੂੰ ਗੱਲ ਸੁਣਾ ਰਿਹਾ, ਬਾਰ-ਬਾਰ ਰਿਪੀਟ ਕਰ ਕਰਕੇ ਸੁਣਾ ਰਿਹਾ, ਤੇ ਕਮਾਲ ਦੀ ਗੱਲ ਹੈ ਤੂੰ ਇੱਕ ਵਾਰੀ ਵੀ ਨਹੀਂ ਸੁਣੀ। ਕਿਉਂ? ਕਿਉਂਕਿ ਕਹਿੰਦੇ ਮੇਰਾ ਧਿਆਨ ਨਹੀਂ ਸੀ। ਉਹ ਕਿਉਂ ਨਹੀਂ ਸੀ? ਕਿਉਂਕਿ ਮਨ ਕਿਤੇ ਹੋਰ ਲੱਗਾ ਹੋਇਆ ਹੈ। ਇਸ ਲਈ ਮਨ ਜਿਹੜਾ ਹੈ ਇਹ ਜਿੱਧਰ ਹੋਏਗਾ ਸਾਡੇ ਕੰਨ ਵੀ ਉਧਰ ਹੀ ਹੋਣਗੇ, ਜਿੱਧਰ ਮਨ ਹੋਏਗਾ ਸਾਡੇ ਨੇਤਰ ਵੀ ਉਧਰ ਹੀ ਹੋਣਗੇ। ਕਿਉਂਕਿ ਇਹ ਮਨ ਦੇ ਨਾਲ ਸਾਰੀ ਅਟੈਚਮੈਂਟ ਜਿਹੜੀ ਹੈ ਉਹ ਮਨ ਦੇ ਨਾਲ ਹੈ। ਗੁਰਬਾਣੀ ਪੜ੍ਹ ਰਹੇ ਹਾਂ, ਗੁਰਬਾਣੀ ਸੁਣ ਰਹੇ ਹਾਂ, ਗੁਰਬਾਣੀ ਜਪ ਰਹੇ ਹਾਂ, ਅਸੀਂ ਇਹਦਾ ਅਸਰ ਸਾਡੇ ਅੰਦਰ ਕਿਉਂ ਨਹੀਂ ਹੁੰਦਾ? ਇਹਦਾ ਪ੍ਰਭਾਵ ਕਿਉਂ ਨਹੀਂ ਪੈਂਦਾ? ਕਿਉਂਕਿ ਮਨ ਕਿਤੇ ਹੋਰ ਲੱਗਾ ਸੀ ਤੇ ਕੰਨਾਂ ਨਾਲ ਸੁਣਿਆ ਅਣਸੁਣਿਆ ਹੋ ਗਿਆ। ਮਨ ਕਿਤੇ ਹੋਰ ਲੱਗਾ ਸੀ, ਧਿਆਨ ਉਹਦੇ ਮਗਰ ਚਲਾ ਗਿਆ। ਜਦੋਂ ਮਨ ਦੇ ਮਗਰ ਵੀ ਧਿਆਨ ਚਲਾ ਗਿਆ ਤੇ ਮੇਰਾ ਪੜਿਆ ਜਿਹੜਾ ਸੀ ਉਹ ਅਨਪੜਿਆ ਹੋ ਗਿਆ। ਭਾਵ ਪੜੇ ਦਾ ਅਸਰ ਹੀ ਕੋਈ ਨਹੀਂ ਹੋਇਆ। ਜੋ ਮੈਂ ਜਪਿਆ ਸੀ ਆਪਣੀ ਰਸਨਾ ਤੋਂ, ਉਹ ਜਪਿਆ ਮੇਰਾ ਅੰਦਰ ਅਸਰ ਨਾ ਕਰ ਸਕਿਆ, ਕਿਉਂਕਿ ਉਹ ਅੰਦਰ ਅਸਰ ਹੋਣਾ ਸੀ ਮਨ ਦੇ ਰਾਹੀਂ। ਤੇ ਮਨ ਜਿਹੜਾ ਸੀ ਕਹਿੰਦੇ ਹੋਰ ਪਾਸੇ ਲੱਗਾ ਰਿਹਾ। ਤਾਂ ਹੀ ਤੇ ਬਾਰ-ਬਾਰ ਮਨ ਨੂੰ ਪ੍ਰੇਰਿਆ ਗਿਆ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ
ਭਾਏ ਅੱਜ ਇਸ ਦਿਨ ਇੱਕ ਮਨ ਇੱਕ ਚਿੱਤ ਹੋ ਜਾਾਂਗੇ ਨਾ, ਉਸ ਦਿਨ ਸਾਡੇ ਕੰਨ ਮਜਾਲ ਹੈ ਕਿਸੇ ਹੋਰ ਦੀ ਗੱਲ ਸੁਣ ਲੈਣ। ਜਿਸ ਦਿਨ ਇੱਕ ਮਨ ਇੱਕ ਚਿੱਤ ਹੋ ਜਾਾਂਗੇ, ਉਸ ਦਿਨ ਮਜਾਲ ਹੈ ਸਾਡੀ ਜ਼ੁਬਾਨ ਕੋਈ ਹੋਰ ਬੋਲ ਜਾਏ, ਕੋਈ ਹੋਰ ਬੋਲੀ ਜਿਹੜੀ ਹੈ ਜਾਂ ਕਬੋਲ ਇਸ ਜ਼ੁਬਾਨ ਤੋਂ ਨਿਕਲ ਜਾਏ। ਜਿਸ ਦਿਨ ਇੱਕ ਮਨ ਇੱਕ ਚਿੱਤ ਹੋ ਜਾਾਂਗੇ, ਮਜਾਲ ਹੈ ਕਿ ਸਾਡੇ ਨੇਤਰਾਂ ਵਿੱਚ ਕਿਸੇ ਨੂੰ ਵੇਖ ਕੇ ਮੈਲ ਆ ਜਾਏ, ਕਿਸੇ ਪਰਾਏ ਧਨ ਰੂਪ ਨੂੰ ਵੇਖ ਕੇ ਮਨ ਮਲੀਨ ਹੋ ਜਾਏ। ਹੋ ਹੀ ਨਹੀਂ ਸਕਦਾ ਜਦੋਂ ਇੱਕ ਮਨ ਇੱਕ ਚਿੱਤ ਕਰਕੇ ਅੰਦਰ ਨਿਰੰਕਾਰ ਦੇ ਨਾਲ ਜੁੜਨਾ ਹੋ ਗਿਆ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ ਹਰ ਕੀਆਂ, ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਉਹਦੀਆਂ ਤੇ ਵਡਿਆਈਆਂ ਨੇ, ਅਸੀਂ ਦੋਸ਼ ਨਹੀਂ ਦੇ ਸਕਦੇ। ਹੁਣ ਦਵਾਈ ਤਾਂ ਡਾਕਟਰ ਨੇ ਦਿੱਤੀ ਸੀ, ਪਰ ਮੈਨੂੰ ਹੀ ਤਰੀਕਾ ਉਹਦਾ ਖਾਣ ਦਾ ਨਹੀਂ ਆਇਆ। ਕਸੂਰ ਡਾਕਟਰ ਦਾ ਨਹੀਂ ਹੈ, ਕਸੂਰ ਉਸ ਦਵਾਈ ਦਾ ਨਹੀਂ। ਦਵਾਈ ਨੇ ਅਸਰ ਕਰਨਾ ਸੀ, ਪਰ ਮੈਨੂੰ ਜਿਸ ਤਰੀਕੇ ਨਾਲ ਦੱਸਿਆ ਸੀ ਮੈਂ ਉਸ ਤਰੀਕੇ ਨਾਲ ਨਹੀਂ ਖਾਧੀ, ਜਾਂ ਜਿਹੜਾ ਪਰਹੇਜ਼ ਮੈਨੂੰ ਆਖਿਆ ਸੀ ਉਹ ਮੈਂ ਕਰ ਨਾ ਸਕਿਆ। ਗੁਰਬਾਣੀ ਅਸਰ ਜ਼ਰੂਰ ਕਰਦੀ ਹੈ, ਪਰ ਤਾਂ ਕਰਦੀ ਹੈ ਜੇ ਅਸੀਂ ਗੁਰਮਤਿ ਅਨੁਸਾਰ ਚੱਲਾਂਗੇ, ਜੇ ਗੁਰੂ ਦੇ ਉਪਦੇਸ਼ ਮੁਤਾਬਕ ਆਪਣੇ ਜੀਵਨ ਨੂੰ ਉਸ ਢੰਗ ਦੇ ਨਾਲ ਢਾਲ ਕੇ ਚੱਲਾਂਗੇ ਤੇ ਗੁਰਬਾਣੀ ਦਾ ਅਸਰ ਹੁੰਦਾ ਹੈ। ਜੇ ਮਹਾਰਾਜ ਨੇ ਕਿਹਾ ਕਿ ਇਹ ਜਿਹੜੀ ਗੁਰਬਾਣੀ ਹੈ ਇਹ ਤੁਹਾਡੇ ਜੀਵਨ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਵਰਗੇ, ਤ੍ਰਿਸ਼ਨਾ ਵਰਗੇ ਰੋਗ ਨੂੰ ਮਿਟਾ ਦੇਗੀ, ਤੇ ਮਿਟਾਉਂਦੀ ਹੈ ਬਾਣੀ, ਕਿਉਂਕਿ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਇਹ ਗੁਰੂ ਕੇ ਸਿੱਖੋ, ਗੁਰਬਾਣੀ ਨੂੰ ਸਤ ਕਰਕੇ ਜਾਣਨਾ, ਕਿਉਂਕਿ ਗੁਰਬਾਣੀ ਨੂੰ ਝੁਠਲਾਇਆ ਨਹੀਂ ਜਾ ਸਕਦਾ ਤੇ ਨਾ ਕੋਈ ਦਾਅਵਾ ਕਰਕੇ ਕਹਿ ਸਕਦਾ ਕਿ ਗੁਰਬਾਣੀ ਝੂਠੀ ਹੈ। ਗੁਰਬਾਣੀ ਦਾ ਪ੍ਰਭਾਵ ਵੀ ਪੈਂਦਾ ਹੈ, ਗੁਰਬਾਣੀ ਦਾ ਅਸਰ ਵੀ ਜਿਹੜਾ ਉਹ ਮਨ ਤੇ ਪੈਂਦਾ ਹੈ, ਪਰ ਉਹਦੇ ਲਈ ਜੁਗਤੀ ਇਹੀ ਹੈ ਕਿ ਇੱਕ ਮਨ ਇੱਕ ਚਿੱਤ ਹੋਣਾ ਪੈਣਾ ਹੈ। ਇਹ ਮਨ ਹਰ ਜੀ ਧਿਆਏ ਤੂੰ, ਮਨ ਤੂੰ ਧਿਆ, ਪਰ ਧਿਆਉਣਾ ਕਿਵੇਂ ਹੈ? ਇੱਕ ਮਨ ਇੱਕ ਚਿੱਤ ਹੋ ਕੇ ਫਿਰ ਦੇਖ ਉਹਦੀਆਂ ਵਡਿਆਈਆਂ ਤੈਨੂੰ ਸਮਝ ਆਉਣਗੀਆਂ ਕਿ ਉਹ ਤੇ ਵਡਿਆਈਆਂ, ਇੰਨੀ ਵਡਿਆਈ ਦਾ ਪਾਤਰ ਹੈ, ਉਹ ਤੇ ਕਿਸੇ ਨੂੰ ਦਾਤ ਦੇ ਕੇ ਪਛਤਾਉਂਦਾ ਵੀ ਨਹੀਂ ਹੈ, ਉਹ ਤੇ ਕਿਸੇ ਨੂੰ ਬਖਸ਼ਿਸ਼ ਦੇ ਕੇ ਪਛਤਾਵਾ ਵੀ ਨਹੀਂ ਕਰਦਾ। ਇਸ ਲਈ ਉਹਦੀਆਂ ਵਡਿਆਈਆਂ ਤਾਂ ਹੀ ਸਮਝ ਆਉਣਗੀਆਂ, ਉਹਦੇ ਗੁਣ ਤਾਂ ਹੀ ਗਾਏ ਜਾਣਗੇ ਜੇ ਇੱਕ ਮਨ ਇੱਕ ਚਿੱਤ ਵਾਲੀ ਭਾਵਨਾ ਸਾਡੇ ਅੰਦਰ ਜਿਹੜੀ ਆ ਉਹ ਬਣੇਗੀ ਤਾਂ। ਇਸ ਲਈ ਕਹਿ ਰਹੇ ਨੇ, ਕਹਿੰਦੇ ਜਿਹਬਾ ਗੁਣ ਗੋਬਿੰਦ ਭਜਹੁ। ਮਨ ਨੂੰ ਸੰਬੋਧਨ ਕਰਦਿਆਂ ਕਿ ਮਨ ਤੂੰ ਇਸ ਜੀਭਾ ਨੂੰ ਕਹਿ ਕਿ ਗੁਣ ਗੋਬਿੰਦ ਭਜਹੁ। ਗੋਬਿੰਦ ਜਿਹੜਾ ਸਾਰੇ ਸੰਸਾਰ ਦੇ ਜੀਆਂ ਦੀ ਸੰਭਾਲ ਕਰਨ ਵਾਲਾ ਹੈ, ਜਿਹੜਾ ਸਾਰਿਆਂ ਨੂੰ ਸੰਭਾਲ ਰਿਹਾ ਹੈ, ਉਹ ਸਾਨੂੰ ਭੁਲੇਖਾ ਪੈ ਜਾਂਦਾ ਨਾ ਜਦੋਂ ਉਹਦੇ ਨਾਲੋਂ ਸਾਂਝ ਟੁੱਟ ਜਾਏ, ਤੇ ਸਾਨੂੰ ਭੁਲੇਖਾ ਪੈ ਜਾਂਦਾ ਵੀ ਨਹੀਂ ਸੰਭਾਲ ਤਾਂ ਮੈਨੂੰ ਜਿਹੜਾ ਉਹ ਦੁਨੀਆ ਰਹੀ ਹੈ, ਪਰ ਜਿਸ ਦਿਨ ਸਮਝ ਆ ਗਈ ਉਸ ਦਿਨ ਪਤਾ ਲੱਗਦਾ ਨਹੀਂ ਗੋਬਿੰਦ ਇੱਕੋ ਹੀ ਹੈ, ਗੋਪਾਲ ਇੱਕੋ ਹੀ ਹੈ, ਪਾਲਣ ਵਾਲਾ ਵੀ ਇੱਕੋ ਤੇ ਸੰਭਾਲਣ ਵਾਲਾ ਵੀ ਇੱਕ ਹੀ ਹੈ, ਜਿਹੜਾ ਸਾਰੇ ਸੰਸਾਰ ਦੇ ਜੀਆਂ ਨੂੰ ਸੰਭਾਲ ਰਿਹਾ ਹੈ। ਕਹਿੰਦੇ ਉਸ ਮਾਲਕ ਦੇ ਜਿਹੜੇ ਗੁਣ ਨੇ ਉਹ ਕਿੱਥੇ ਨੇ? ਗੁਰਬਾਣੀ ਦੇ ਵਿੱਚ, ਗੁਰੂ ਦੇ ਸ਼ਬਦ ਵਿੱਚ। ਜਿਹੜੇ ਤੈਨੂੰ ਗੁਣ ਦਿੱਤੇ ਗਏ ਨੇ ਉਹਨੂੰ ਭਜਨ ਬੰਦਗੀ ਦੇ ਵਿੱਚ ਤਬਦੀਲ ਕਰ, ਉਹਨੂੰ ਇਸ ਤਰ੍ਹਾਂ ਉਹਦਾ ਭਜਨ ਕਰ ਕਿ ਤੇਰੇ ਉੱਤੇ ਉਹਦਾ ਅਸਰ ਹੋ ਜਾਏ ਤੇ ਸ਼ੁਭ ਗੁਣ ਤੂੰ ਗ੍ਰਹਿਣ ਕਰ ਲਵੇਂ। ਕਰਨ ਸੁਨੋ ਹਰ ਨਾਮ, ਤੇ ਕੰਨਾਂ ਦੇ ਰਾਹੀਂ ਤੂੰ ਹਰੀ ਦੇ ਨਾਮ ਨੂੰ ਜਿਹੜਾ ਉਹ ਤੂੰ ਸੁਣ। ਨਾਮ ਦੁਨੀਆ ਵਿੱਚ ਬਹੁਤ ਨੇ, ਸਾਡੇ ਕੰਨਾਂ ਦੇ ਵਿੱਚ ਨਾਮ ਦੁਨੀਆ ਦੇ ਪਾਏ ਵੀ ਬਹੁਤ ਗਏ। ਇੱਕ ਦਿਨ ਜ਼ਿਕਰ ਕੀਤਾ, ਇੱਕ ਵਾਰ ਨਹੀਂ ਬੜੀ ਵਾਰ ਜ਼ਿਕਰ ਕੀਤਾ ਕਿ ਜਿਸ ਦਿਨ ਬੱਚੇ ਦਾ ਜਨਮ ਹੁੰਦਾ ਨਾ ਸੰਸਾਰ ਦੇ ਵਿੱਚ, ਜਦੋਂ ਉਹ ਅੱਖਾਂ ਦੁਨੀਆ ਵਿੱਚ ਖੋਲ੍ਹਦਾ ਹੈ ਤੇ ਸਭ ਤੋਂ ਪਹਿਲਾਂ ਉਹਦੇ ਕੰਨਾਂ ਦੇ ਵਿੱਚ ਆਵਾਜ਼ ਵੀ ਸੱਚੇ ਨਾਮ ਦੀ ਹੀ ਪੈਣੀ ਚਾਹੀਦੀ ਹੈ। ਬਸ ਦੁਨੀਆ ਵਿੱਚ ਆਉਂਦਿਆਂ ਜਾਂ ਹੱਥਾਂ ਵਿੱਚ ਆਉਂਦਿਆਂ ਸਾਰ ਹੀ ਉਹਦੇ ਕੰਨਾਂ ਵਿੱਚ ਵਾਹਿਗੁਰੂ ਦੀ ਆਵਾਜ਼ ਆਵੇ, ਸਭ ਤੋਂ ਪਹਿਲੀ ਆਵਾਜ਼ ਹੀ ਨਾਮ ਦੀ ਹੋਵੇ, ਤੇ ਫਿਰ ਅੰਦਰ ਉਸ ਨਾਮ ਦਾ, ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਅੰਦਰ ਆਵਾਜ਼ ਸੱਚੇ ਨਾਮ ਦੀ ਜਾਏਗੀ
ਉਹ ਅਸਰ ਉਹਦੇ ਅੰਦਰ ਜ਼ਰੂਰ ਕਰੇਗੀ। ਤੇ ਜੇ ਪਹਿਲਾ ਬੋਲ ਹੀ ਦੁਨੀਆ ਦਾ ਚਲਾ ਗਿਆ ਤੇ ਫਿਰ ਉਹਦੇ ਅੰਦਰ ਅਸਰ ਵੀ ਉਹ ਦੁਨੀਆ ਦੇ ਬੋਲਾਂ ਦਾ ਹੀ ਹੋਣਾ ਹੈ। ਜਾਂ ਇੱਥੇ ਵੀ ਆਪਾਂ ਇਸ ਤੋਂ ਪਹਿਲਾਂ ਵੀ ਗੱਲ ਕਰੀਏ ਕਿ ਜਦੋਂ ਕਿਸੇ ਸਾਡੀ ਧੀ ਭੈਣ ਦੀ ਕੁੱਖ ਨੂੰ ਭਾਗ ਲੱਗਦਾ ਹੈ ਤੇ ਉਹ ਉਸ ਵੇਲੇ ਨਾਮ ਨੂੰ ਜਪੇ ਤੇ ਨਾਮ ਨੂੰ ਸੁਣੇ, ਕਿਉਂਕਿ ਅੰਦਰ ਜਿਹੜਾ ਪਲਣ ਵਾਲਾ ਬੱਚਾ ਹੈ ਉਹਨੂੰ ਪਾਲਣ ਵਾਲਾ ਉਹ ਆਪ ਨਿਰੰਕਾਰ ਹੈ। ਤੇ ਜਦੋਂ ਉਹਦੇ ਨਾਲ ਸਾਂਝ ਇੱਕ ਮਾਂ ਦੇ ਨਾਲ ਬੱਚੇ ਦੀ ਬਣਦੀ ਹੈ ਤੇ ਜਦੋਂ ਉਹਨੇ ਨਾਮ ਜਪਣਾ ਤੇ ਉਹਦੇ ਅੰਦਰ ਵੀ ਤਾਂ ਅਸਰ ਹੋਏਗਾ। ਜਦੋਂ ਉਹਨੇ ਨਾਮ ਨੂੰ ਸੁਣਨਾ ਤੇ ਉਹਦੇ ਅੰਦਰ ਵੀ ਉਹਦਾ ਪ੍ਰਭਾਵ ਪਏਗਾ। ਇਸ ਲਈ ਕਹਿ ਰਹੇ ਨੇ, ਕਹਿੰਦੇ ਤੂੰ ਉਸ ਮਾਲਕ ਦੇ ਨਾਮ ਨੂੰ ਕੰਨਾਂ ਦੇ ਰਾਹੀਂ ਸੁਣ ਵੀ ਤੇ ਉਸ ਮਾਲਕ ਦੇ ਗੁਣ ਜਿਹੜੇ ਆ ਉਹ ਤੂੰ ਜੀਹਬਾ ਦੇ ਨਾਲ ਗਾ ਵੀ। ਕਹੋ ਨਾਨਕ ਸੁਨ ਰੇ ਮਨਾ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਹੇ ਮਨਾ ਤੂੰ ਸੁਣ, ਕਿਉਂਕਿ ਜੀਹਬਾ ਤਾਂ ਹੀ ਜਪੇਗੀ ਜੇ ਤੂੰ ਸੁਣੇਗਾ, ਕੰਨ ਵੀ ਤਾਂ ਹੀ ਸੁਣਨਗੇ ਜੇ ਤੂੰ ਸੁਣੇਗਾ। ਕੰਨਾਂ ਨੂੰ ਜਿੰਨਾ ਮਰਜ਼ੀ ਅਸੀਂ ਕਹੀ ਜਾਈਏ ਕੋਈ ਅਸਰ ਨਹੀਂ ਹੋਣਾ। ਅਸੀਂ ਇਸ ਜੀਭਾਂ ਨੂੰ ਜਿੰਨਾ ਮਰਜ਼ੀ ਕਹੀ ਜਾਈਏ ਕੋਈ ਅਸਰ ਨਹੀਂ ਹੋਣਾ। ਮਨ ਤੈਨੂੰ ਸੁਣਨਾ ਪੈਣਾ ਹੈ, ਕਿਉਂਕਿ ਇਹ ਤੇਰੇ ਮਗਰ ਲੱਗੇ ਨੇ। ਜਿਹੜੇ ਗਿਆਨ ਇੰਦਰੇ ਕਰਮ ਇੰਦਰੇ ਨੇ ਇਹ ਮਨ ਦੇ ਮਗਰ ਲੱਗੇ ਨੇ। ਇਹਨਾਂ ਦੀ ਅਟੈਚਮੈਂਟ ਮਨ ਦੇ ਨਾਲ ਹੈ ਤੇ ਜਿਹਦੇ ਨਾਲ ਇਹ ਜੁੜੇ ਹੋਏ ਨੇ ਸਾਨੂੰ ਉਹ ਪਕੜਨਾ ਚਾਹੀਦਾ ਹੈ। ਕਈ ਵਾਰ ਜ਼ਿਕਰ ਕੀਤਾ ਕਿ ਕੋਈ ਵੀ ਘਰ ਦੇ ਵਿੱਚ ਜਾਂ ਕਿਤੇ ਵੀ ਕਲੇਸ਼ ਹੋਵੇ ਤੇ ਉਹਦਾ ਹੱਲ ਕੋਈ ਨਾ ਹੋਵੇ ਤੇ ਉਹਦਾ ਕਾਰਨ ਲੱਭੋ ਵੀ ਕਾਰਨ ਕੀ ਹੈ। ਜਦੋਂ ਤੁਸੀਂ ਕਾਰਨ ਲੱਭੋਗੇ ਝਗੜੇ ਆਪੇ ਹੀ ਮੁੱਕ ਜਾਣਗੇ। ਡਾਕਟਰ ਦਵਾਈ ਦੇਈ ਜਾਂਦਾ ਉਹ ਕਹਿੰਦਾ ਨਹੀਂ ਇਦਾਂ ਗੱਲ ਨਹੀਂ ਬਣਨੀ, ਕਾਰਨ ਲੱਭਣਾ ਪੈਣਾ। ਕਾਰਨ ਕੀ ਹੈ? ਤੇ ਜਦੋਂ ਕਾਰਨ ਲੱਭਿਆ ਇਲਾਜ ਕੀਤਾ ਤੇ ਹੱਲ ਨਿਕਲ ਗਿਆ। ਕੋਈ ਵੀ ਚੀਜ਼ ਹੈ ਉਹਦਾ ਕਾਰਨ ਲੱਭ ਕੇ ਹੱਲ ਕਰਾਂਗੇ ਤੇ ਉਹਦਾ ਸਮਾਧਾਨ ਹੈ, ਉਹਦਾ ਹੱਲ ਹੈ। ਪਰ ਜੇ ਤੁਸੀਂ ਕਾਰਨ ਨਹੀਂ ਲੱਭੋਗੇ ਤੇ ਫਿਰ ਝੱਖ ਮਾਰਨ ਵਾਲਾ ਕੰਮ ਹੋ ਜਾਏਗਾ, ਫਿਰ ਸਾਡਾ ਸਮਾਂ ਖੁਆਰ ਹੋ ਜਾਏਗਾ। ਗੁਰਬਾਣੀ ਵਿੱਚ ਸਭ ਕਹਿੰਦੇ ਤੇਰੇ ਦੁੱਖ ਦਾ ਕਾਰਨ ਪਤਾ ਕੀ ਹੈ? ਤੇਰੇ ਅੰਦਰ ਹਿਰਦਾ ਹਰ ਵੇਲੇ ਤਪਦਾ ਰਹਿੰਦਾ ਹੈ, ਉਹਦਾ ਕਾਰਨ ਪਤਾ ਕੀ ਹੈ? ਉਹਦਾ ਕਾਰਨ ਹੈ ਕਿ ਤੇਰੇ ਅੰਦਰੋਂ ਉਹਦੀ ਬਾਣੀ, ਉਹਦਾ ਨਾਮ ਵਿਸਰ ਗਿਆ। ਤੂੰ ਸੁੱਖ ਭਾਲਦਾ ਪਿਆ ਪਦਾਰਥਾਂ ਵਿੱਚੋਂ ਦੀ। ਤੂੰ ਕਹਿੰਦਾ ਮੈਨੂੰ ਪਦਾਰਥਾਂ ਵਿੱਚੋਂ ਸੁੱਖ ਮਿਲ ਜਾਏ, ਤੇ ਜਿਨ੍ਹਾਂ ਕੋਲ ਪਤਾ ਹੀ ਨਹੀਂ ਕਿੰਨੇ ਬੇਸ਼ੁਮਾਰ ਪਦਾਰਥ ਨੇ, ਸੁਖੀ ਤਾਂ ਉਹ ਵੀ ਨਹੀਂ ਹੋਏ। ਵੱਡੇ ਵੱਡੇ ਜੋ ਦੀਸਹਿ ਲੋਗ ਤਿਨ ਕੋ ਵਿਆਪੈ ਚਿੰਤਾ ਰੋਗ। ਚਿੰਤਾ ਦਾ ਰੋਗ ਤੇ ਉਹਨਾਂ ਨੂੰ ਵੀ ਨਹੀਂ ਛੱਡਿਆ ਜਿਹੜੇ ਦੁਨੀਆ ਵਿੱਚ ਕਹਿੰਦੇ ਸੀ ਅਸੀਂ ਬਹੁਤ ਵੱਡੇ ਹੋ ਜਾਾਂਗੇ, ਤੇ ਦੁਨੀਆ ਕਰਕੇ, ਮਾਇਆ ਕਰਕੇ, ਪਦਾਰਥਾਂ ਕਰਕੇ ਉਹ ਬੜੇ ਵੱਡੇ ਹੋ ਗਏ, ਪਰ ਉਹਨਾਂ ਨੂੰ ਨੀਂਦ ਤਾਂ ਫਿਰ ਵੀ ਸੁੱਖ ਦੀ ਨਾ ਆਈ। ਸੁੱਖ ਪਦਾਰਥਾਂ ਵਿੱਚੋਂ ਨਹੀਂ। ਮਹਾਰਾਜ ਕਹਿੰਦੇ ਸੁੱਖ ਨਾਹੀ ਰੇ ਹਰ ਭਗਤ ਬਿਨਾ, ਭਗਤੀ ਤੋਂ ਬਿਨਾ ਤੈਨੂੰ ਸੁੱਖ ਕਿਤੇ ਵੀ ਨਹੀਂ ਮਿਲਣਾ। ਇਹ ਪਦਾਰਥ ਤੇਰੀ ਇੱਕ ਜ਼ਰੂਰਤ ਹੈ, ਇੱਕ ਤੇਰਾ ਗੁਜ਼ਰਾਨ ਹੈ। ਤੈਨੂੰ ਤਨ ਢੱਕਣ ਲਈ ਕੱਪੜਾ ਚਾਹੀਦਾ ਹੈ, ਤਨ ਨੂੰ ਰੱਖਣ ਵਾਸਤੇ ਛੱਤ ਚਾਹੀਦੀ ਹੈ, ਤਨ ਨੂੰ ਚਲਾਉਣ ਵਾਸਤੇ ਤੈਨੂੰ ਅੰਨ ਭੋਜਨ ਚਾਹੀਦਾ ਹੈ। ਕਹਿਣ ਲੱਗੇ ਇਹ ਗੁਜ਼ਰਾਨ ਲਈ ਪਦਾਰਥ ਦਿੱਤੇ ਨੇ, ਪਰ ਜੇ ਤੂੰ ਕਵੇਂ ਇਹਨਾਂ ਵਿੱਚੋਂ ਸੁੱਖ ਮਿਲ ਜਾਏ, ਤੇ ਜਿਨ੍ਹਾਂ ਕੋਲ ਬੇਸ਼ੁਮਾਰ ਪਦਾਰਥ ਨੇ ਸੁੱਖ ਤੇ ਉਹਨਾਂ ਕੋਲ ਵੀ ਨਹੀਂ ਹੈ। ਸੁੱਖ ਮਿਲੇਗਾ ਤੈਨੂੰ ਪਰਮੇਸ਼ਵਰ ਦੇ ਨਾਮ ਦੇ ਵਿੱਚੋਂ। ਸੁੱਖ ਮਿਲਣਾ ਸੀ ਬੰਦਗੀ ਵਿੱਚੋਂ, ਤੇ ਸਾਡੇ ਪੱਲੇ ਦੁੱਖ। ਅਸੀਂ ਆਖਿਆ ਪਦਾਰਥਾਂ ਨਾਲ, ਧਨ ਦੀ ਤਾਕਤ ਨਾਲ ਅਸੀਂ ਸੁੱਖ ਖਰੀਦ ਲਾਂਗੇ। ਮਹਾਰਾਜ ਕਹਿੰਦੇ ਤੇਰੇ ਕਾਰਨ ਤਾਂ ਦੁੱਖ ਦਾ ਹੋਰ ਹੈ। ਤੇਰੇ ਅੰਦਰ ਦੁੱਖ ਦਾ ਕਾਰਨ ਤੇ ਉਹਦੇ ਨਾਮ ਨੂੰ ਵਿਸਾਰਨ ਦਾ ਹੈ, ਤੇ ਤੂੰ ਸੁੱਖ ਲੱਭਦਾ ਪਿਆ ਧਨ ਪਦਾਰਥਾਂ ਦੇ ਵਿੱਚੋਂ ਦੀ। ਜਿਉ ਤਪਤ ਹੈ ਬਾਰੋ ਬਾਰ, ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਇਹ ਕਾਰਨ ਦੱਸਿਆ ਵੀ ਤੇਰੇ ਦੁੱਖ ਦਾ ਕਾਰਨ ਕੀ ਹੈ। ਤੇਰੇ ਅੰਦਰ ਹਿਰਦਾ ਹਰ ਵੇਲੇ ਤਪਦਾ ਪਿਆ, ਤੇਰੇ ਅੰਦਰ ਵਿਕਾਰਾਂ ਦੀ ਤਪਸ਼ ਹਰ ਵੇਲੇ ਹੈ। ਇਹਦਾ ਕਾਰਨ ਹੈ ਕਿ ਤੇਰੇ ਅੰਦਰੋਂ ਉਹਦੀ ਬਾਣੀ ਵਿਸਰ ਗਈ। ਇਸੇ ਤਰ੍ਹਾਂ ਕਹਿ ਰਹੇ ਨੇ ਮਨ, ਜੇ ਤੂੰ ਸੁਣ ਲਏਗਾ ਤੇ ਕੰਨ ਵੀ ਸੁਣ ਲੈਣਗੇ। ਜੇ ਤੂੰ ਸੁਣ ਲਏਗਾ ਤੇ ਜੇਬਾ ਵੀ ਸੁਣ ਲਏਗੀ। ਜੇ ਤੂੰ ਸੁਣ ਲਏਗਾ ਤੇ ਫਿਰ ਜੇ ਤੂੰ ਪੜ੍ਹ ਲਏਗਾ ਤੇ ਤੇਰੀਆਂ ਅੱਖਾਂ ਵੀ ਪੜ੍ਹ ਲੈਣਗੀਆਂ। ਜੇ ਤੂੰ ਨਾ ਸੁਣਿਆ ਤੇ ਕੰਨ ਜਿੰਨਾ ਮਰਜ਼ੀ ਸੁਣੀ ਜਾਣ, ਅੰਦਰ ਕੋਈ ਅਸਰ ਪ੍ਰਭਾਵ ਨਹੀਂ ਪੈਣਾ।
ਇਸ ਲਈ ਕਹਿ ਰਹੇ ਨੇ, ਕਹੋ ਨਾਨਕ ਸੁਨ ਰੇ ਮਨਾ। ਹੇ ਮਨਾ, ਤੂੰ ਧਿਆਨ ਲਾ ਕੇ ਸੁਣ ਲੈ। ਪਰਹਿ ਨ ਜਮ ਕੈ ਧਾਮ। ਤੂੰ ਕਦੇ ਵੀ ਜਮ ਦੇ ਧਾਮ, ਧਾਮ ਦਾ ਅਰਥ ਹੁੰਦਾ ਘਰ, ਤੂੰ ਕਦੇ ਵੀ ਦੁੱਖਾਂ ਦੇ ਘਰ ਵਿੱਚ ਨਹੀਂ ਜਾਏਗਾ। ਹੁਣ ਇਹ ਵੀ ਧਿਆਨ ਰੱਖਣਾ, ਦੁੱਖ ਸਰੀਰ ਨੂੰ ਨਹੀਂ ਲੱਗਾ ਹੋਇਆ, ਦੁੱਖ ਸਾਡੇ ਮਨ ਨੂੰ ਲੱਗਾ ਹੋਇਆ ਹੈ। ਦੁੱਖ ਸਾਡੀ ਜੀਵ ਆਤਮਾ ਨੂੰ ਹੈ। ਦੁਖੀ ਕੌਣ ਹੈ? ਦੁਖੀ ਤਾਂ ਮਨ ਹੁੰਦਾ ਹੈ, ਸਰੀਰ ਦੁਖੀ ਹੁੰਦਾ ਹੀ ਨਹੀਂ, ਮਨ ਦੁਖੀ ਹੁੰਦਾ ਹੈ। ਇਸ ਕਰ ਸਰੀਰ ਵਿੱਚ ਤਾਂ ਪੀੜਾ ਹੁੰਦੀ ਹੈ, ਦਰਦ ਹੁੰਦੀ ਹੈ। ਸਾਨੂੰ ਪਤਾ ਲੱਗਦਾ ਹੈ ਵੀ ਸਿਰ ਵਿੱਚ ਦਰਦ ਹੈ, ਪੈਰ ਵਿੱਚ ਦਰਦ ਹੈ, ਜਾਂ ਸਾਡੇ ਗੋਡਿਆਂ ਵਿੱਚ ਦਰਦ ਹੈ। ਉਹ ਦਰਦ ਦਾ ਪਤਾ ਲੱਗਦਾ ਹੈ ਕਿਉਂਕਿ ਉਹ ਦਰਦ ਸਰੀਰ ਵਿੱਚ ਹੈ, ਪਰ ਜਿਹੜਾ ਦੁੱਖ ਹੈ ਨਾ, ਉਹ ਸਾਡੇ ਮਨ ਦੇ ਵਿੱਚ ਹੈ। ਸਾਡਾ ਮਨ ਦੁਖੀ ਹੈ। ਇਸ ਲਈ ਕਹਿ ਰਹੇ, ਤੂੰ ਕਦੇ ਦੁੱਖਾਂ ਦੇ ਧਾਮ ਵਿੱਚ ਜਾਏਗਾ ਹੀ ਨਹੀਂ। ਮਨ ਤੂੰ ਕਦੇ ਪਰੇਸ਼ਾਨ, ਕਦੇ ਦੁਖੀ ਹੋਏਗਾ ਹੀ ਨਹੀਂ। ਜੇ ਕਿਤੇ ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ। ਜੇ ਕਿਤੇ ਤੂੰ ਉਸ ਮਾਲਕ ਦੇ ਗੁਣ ਜੀਭਾਂ ਨਾਲ ਗਾਉਣ ਲੱਗ ਜਾਏ, ਤੇ ਜੇ ਤੂੰ ਕੰਨਾਂ ਦੇ ਰਾਹੀਂ ਕਿਤੇ ਉਸ ਨਾਮ ਨੂੰ ਸੁਣਨ ਲੱਗ ਜਾਏ, ਤੇ ਰੋਜ਼ ਸਾਨੂੰ ਜਪਜੀ ਸਾਹਿਬ ਦੀ ਬਾਣੀ ਵਿੱਚ ਧਿਆਨ ਲਾ ਕੇ ਸੁਣਨ ਦੀਆਂ ਬਰਕਤਾਂ ਦੱਸੀਆਂ ਗਈਆਂ ਨੇ ਕਿ ਜੇ ਤੁਸੀਂ ਧਿਆਨ ਲਾ ਕੇ ਸੁਣ ਲਓਗੇ ਤਾਂ ਸੁਣਿਆ ਦੁੱਖ ਪਾਪ ਕਾ ਨਾਸ਼। ਤੁਹਾਡੇ ਅੰਦਰ ਮਨ ਕਰਕੇ, ਸੁਰਤ ਕਰਕੇ ਸੁਣਨ ਨਾਲ ਦੁੱਖ ਤੇ ਪਾਪ ਦਾ ਨਾਸ਼ ਹੋ ਜਾਏਗਾ। ਪਰ ਬਹੁਤ ਪ੍ਰਾਣੀ ਐਸੇ ਵੀ ਮਿਲਦੇ ਨੇ ਜਿਹੜੇ ਕਹਿੰਦੇ ਨੇ ਅਸੀਂ, ਸਾਡੇ ਵਿੱਚ ਕਮੀ ਕੋਈ ਨਹੀਂ, ਅਸੀਂ ਬਹੁਤ ਪਾਠ ਕਰਦੇ ਹਾਂ, ਬੜਾ ਅਸੀਂ ਗੁਰਬਾਣੀ ਦਾ ਪਾਠ ਕੀਤਾ ਹੈ, ਕਰਦੇ ਹਾਂ, ਬੜਾ ਅਸੀਂ ਨਾਮ ਸੁਣਦੇ ਹਾਂ, ਪਰ ਕੀ ਕਰੀਏ, ਸਾਡਾ ਮਨ ਤੇ ਜਿਹੜਾ ਇਹਨੂੰ ਸਕੂਨ ਮਿਲਦਾ ਹੀ ਨਹੀਂ ਪਿਆ। ਮਨ ਜਿਹੜਾ ਇਹ ਦੁੱਖਾਂ ਵਿੱਚੋਂ ਨਿਕਲਦਾ ਹੀ ਨਹੀਂ ਪਿਆ। ਕਈ ਤੇ ਕਹਿੰਦੇ ਜਦੋਂ ਦਾ ਬਾਣੀ ਦਾ ਜਾਪ ਕਰਨ ਲੱਗੇ ਆ ਉਦੋਂ ਦਾ ਦੁੱਖ ਹੀ ਆਉਣਾ ਸ਼ੁਰੂ ਹੋ ਗਿਆ। ਕਈ ਇਦਾਂ ਦੇ ਵੀ ਮਿਲ ਜਾਂਦੇ ਆ ਟਾਵੇਂ ਟਾਵੇਂ। ਉਹ ਕਹਿੰਦੇ ਸਾਨੂੰ ਤੇ ਇਦਾਂ ਲੱਗਦਾ ਵੀ ਜਦੋਂ ਦਾ ਬਾਣੀ ਪੜਨ ਲੱਗੇ ਆ ਦੁੱਖ ਆਉਣੇ ਹੀ ਸ਼ੁਰੂ ਹੋ ਗਏ ਨੇ। ਉੱਥੇ ਇੱਕ ਬੜੇ ਕਮਾਲ ਦੀ ਉਦਾਹਰਨ ਹੈ। ਦੋ ਉਦਾਹਰਨਾਂ, ਇੱਕ ਪਸ ਦੀ ਤੇ ਇੱਕ ਸਾਡੇ ਅੰਦਰ ਜਿਹੜੀ ਬਲਗਮ ਜੰਮਦੀ ਆ ਨਾ, ਉਹ ਬਲਗਮ ਜਿਹੜੀ ਜੰਮੀ ਆ, ਸਾਨੂੰ ਨਹੀਂ ਪਤਾ ਅੰਦਰ ਬਲਗਮ ਜੰਮੀ ਹੈ, ਪਰ ਜਦੋਂ ਤੁਸੀਂ ਦਵਾਈ ਖਾਂਦੇ ਹੋ ਤੇ ਉਹ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਅੰਦਰੋਂ ਨਿਕਲਦੀ ਹੈ ਨਾ, ਫਿਰ ਤੁਸੀਂ ਹੈਰਾਨ ਹੁੰਦੇ ਹੋ ਵੀ ਇੰਨੀ ਬਲਗਮ ਮੇਰੇ ਅੰਦਰ ਇਕੱਠੀ ਹੋਈ ਸੀ। ਉਹ ਜਿਹੜੀ ਇਕੱਠੀ ਹੋਈ ਸੀ ਉਹ ਨਿਕਲੀ ਕਦੋਂ? ਜਦੋਂ ਤੁਸੀਂ ਦਵਾਈ ਖਾਣੀ ਸ਼ੁਰੂ ਕੀਤੀ, ਉਦੋਂ ਪਤਾ ਲੱਗਾ ਵੀ ਇੰਨੀ ਰੇਸ਼ਾ, ਇੰਨਾ ਮੇਰੇ ਅੰਦਰ ਬਲਗਮ ਇਕੱਠੀ ਹੋਈ ਪਈ ਸੀ, ਮੈਨੂੰ ਤੇ ਪਤਾ ਹੀ ਕੋਈ ਨਹੀਂ ਸੀ। ਪਸ ਭਰੀ ਹੋਵੇ ਤੇ ਅੰਦਰੋਂ ਹੀ ਅੰਦਰ ਭਰੀ ਹੋਵੇ, ਉਹਦਾ ਮੂੰਹ ਕੋਈ ਨਾ ਬਣਿਆ ਹੋਵੇ, ਤੇ ਬੰਦਾ ਕਹਿੰਦਾ ਵੀ ਚਲ ਕੋਈ ਗੱਲ ਨਹੀਂ, ਮਾੜੀ ਜੀ ਗੱਲ ਹੈ। ਪਰ ਜਦੋਂ ਦਵਾਈ ਖਾਧੀ ਤੇ ਉਹਦਾ ਮੂੰਹ ਬਣ ਗਿਆ ਤੇ ਪਸ ਨਿਕਲਣੀ ਸ਼ੁਰੂ ਹੋਈ। ਉਹ ਜਦੋਂ ਨਿਕਲਣੀ ਸ਼ੁਰੂ ਹੋਈ ਤੇ ਬੰਦਾ ਹੈਰਾਨ ਹੋ ਗਿਆ ਵੀ ਇੰਨੀ ਪਸ ਭਰੀ ਪਈ ਸੀ, ਉੱਤੋਂ ਤੇ ਮੂੰਹ ਬਣਿਆ ਹੀ ਨਹੀਂ ਸੀ, ਦਿਖਦਾ ਹੀ ਕੋਈ ਨਹੀਂ ਸੀ। ਬਸ ਇਹੀ ਹੈ ਵੀ ਜਿਹੜਾ ਦੁੱਖ ਸਾਡੇ ਅੰਦਰ ਭਰਿਆ ਪਿਆ ਨਾ, ਅੰਦਰ ਜਿਹੜਾ ਸਾਡੇ ਅੰਦਰ ਵਿਕਾਰ ਭਰੇ ਪਏ ਨੇ, ਤੇ ਜਦੋਂ ਜਦੋਂ ਤੁਸੀਂ ਗੁਰਬਾਣੀ ਦੀ ਦਵਾਈ, ਕਿਉਂਕਿ ਸਰਬ ਰੋਗ ਕਾ ਔਖਦ ਨਾਮ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ, ਜਮ ਕੀ ਫੰਦਾ। ਤੇ ਜਦੋਂ ਤੁਸੀਂ ਗੁਰਬਾਣੀ ਦਾ ਅਭਿਆਸ ਕਰੋਗੇ, ਉਹ ਆਉਂਦੇ ਨਹੀਂ ਸਗੋਂ ਨਿਕਲਦੇ ਨੇ ਜਿਹੜੇ ਅੰਦਰ ਇਕੱਠੇ ਹੋਏ ਪਏ ਨੇ। ਇਹ ਬੜੀ ਵੱਡੀ ਇੱਕ ਉਦਾਹਰਨ ਹੈ, ਸਿੰਪਲ ਸੌਖੇ ਤਰੀਕੇ ਨਾਲ ਸਮਝ ਲੈਣਾ ਕਿ ਅੰਦਰ ਬਲਗਮ ਇਕੱਠੀ ਹੋਈ ਹੈ, ਉਹ ਤੇ ਆਪਾਂ ਮਹਿਸੂਸ ਕਰ ਸਕਦੇ ਹਾਂ, ਪਰ ਕਦੋਂ ਨਿਕਲੀ? ਜਦੋਂ ਦਵਾਈ ਖਾਧੀ, ਉਹਨੇ ਅਸਰ ਕੀਤਾ ਤੇ ਉਹ ਨਿਕਲਣੀ ਸ਼ੁਰੂ ਹੋਈ। ਇਹ ਅੰਦਰ ਦੁੱਖ ਰੋਗ ਪਤਾ ਹੀ ਨਹੀਂ ਕਿੰਨੇ ਕੁ ਭਰੇ ਪਏ ਨੇ। ਸਾਹਿਬ ਕਹਿੰਦੇ ਨੇ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਇਸ ਦਾ ਮਤਲਬ ਗੁਰਬਾਣੀ ਅਸਰ ਕਰ ਰਹੀ ਹੈ। ਜੇ ਅਸੀਂ ਕਹੀਏ ਵੀ ਗੁਰਬਾਣੀ ਪੜ੍ਹਦੇ ਹਾਂ, ਪਤਾ ਨਹੀਂ ਦੁੱਖ ਆਉਂਦੇ ਬਹੁਤ ਨੇ, ਆਉਂਦੇ ਨਹੀਂ, ਸਗੋਂ ਇਹ ਦੁੱਖ ਦੂਰ ਹੁੰਦੇ ਨੇ ਤੇਰੇ ਅੰਦਰ ਦੇ, ਕਿਉਂਕਿ ਇਹ ਬਾਣੀ ਤੇਰੇ ਅੰਦਰ ਅਸਰ ਕਰ ਰਹੀ ਹੈ। ਇਸ ਲਈ ਕਹਿੰਦੇ, ਕਹੋ ਨਾਨਕ ਸੁਨ ਰੇ ਮਨਾ। ਹੇ ਮਨਾ, ਤੂੰ ਧਿਆਨ ਲਾ ਕੇ ਸੁਣ ਲੈ। ਜੇ ਤੂੰ ਜੀਭਾਂ ਨਾਲ ਗੁਣ ਗਾਵੇਂਗਾ, ਕੰਨਾਂ ਦੇ ਰਾਹੀਂ ਉਸ ਮਾਲਕ ਦੇ ਨਾਮ ਨੂੰ ਧਿਆਨ ਲਾ ਕੇ ਸੁਣੇਗਾ, ਪਰਹਿ ਨ ਜਮ ਕੈ ਧਾਮ, ਤਾਂ ਦੁੱਖਾਂ ਦੇ ਧਾਮ ਵਿੱਚ, ਜਿਹੜਾ ਦੁੱਖਾਂ ਦਾ ਘਰ ਹੈ, ਉੱਥੇ ਤੈਨੂੰ ਕਦੇ ਵੀ ਪੈਣਾ ਨਹੀਂ ਪਏਗਾ।
ਦੁੱਖਾਂ ਦੇ ਘਰ ਵਿੱਚ ਤੂੰ ਕਦੇ ਵੀ ਪ੍ਰਵੇਸ਼ ਨਹੀਂ ਕਰੇਗਾ, ਕਿਉਂਕਿ ਤੈਨੂੰ ਸੁੱਖ ਦਾ ਘਰ ਨਸੀਬ ਹੋ ਜਾਏਗਾ। ਜੇ ਆਹ ਦੋ ਗੱਲਾਂ ਕਿਤੇ ਮਨ ਧਿਆਨ ਲਾ ਕੇ ਸੁਣ ਲਵੇ ਨਾ, ਤੇ ਫਿਰ ਅਸੀਂ ਪੜਾਂਗੇ ਨਹੀਂ, ਮਹਿਸੂਸ ਕਰਾਂਗੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਕਹਿੰਦੇ ਹੁਣ ਐਸੀ ਅੰਦਰ ਅਵਸਥਾ ਜਿਹੜੀ ਹੈ ਉਹ ਬਣ ਗਈ ਹੈ ਕਿ ਹੁਣ ਸੁੱਖ ਇੰਨੇ ਅੰਦਰ ਆ ਗਏ ਨੇ, ਦੁੱਖਾਂ ਨਹੀਂ ਜਾਏ। ਹੁਣ ਦੁੱਖ ਨੂੰ ਥਾਂ ਹੀ ਕੋਈ ਨਹੀਂ ਮਿਲਦੀ। ਪਹਿਲਾਂ ਦੁੱਖ ਵਿੱਚ ਘਿਰਿਆ ਰਹਿੰਦਾ ਸੀ, ਹੁਣ ਸੁੱਖ ਨੇ ਘੇਰਾ ਪਾ ਲਿਆ, ਭਾਵ ਹੁਣ ਸੁੱਖ ਆਸ-ਪਾਸ ਇਹਦੇ ਜੀਵਨ ਵਿੱਚ ਬਣ ਗਿਆ। ਇਹਨੂੰ ਕਹਿੰਦੇ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰ ਮੰਤਰ ਦੜਾਇਆ। ਅੱਜ ਦੇ ਇਸ ਪਾਵਨ ਸ਼ਲੋਕ ਦੀ ਵਿਚਾਰ ਦੇ ਨਾਲ ਨਾਲ ਅੱਜ ਅਸੀਂ ਉਹ 2-3 ਮਹਾਨ ਸੂਰਮਿਆਂ ਨੂੰ ਵੀ ਆਪਾਂ ਚੇਤੇ ਕਰਨਾ ਹੈ, ਕਿਉਂਕਿ ਅੱਜ 6 ਜਨਵਰੀ ਹੈ। ਤੇ ਉਹ ਮਹਾਨ ਸੂਰਮੇ ਜਿਨ੍ਹਾਂ ਨੂੰ ਸਮੇਂ ਦੇ ਹੁਕਮਰਾਨ ਵੱਲੋਂ ਫਾਂਸੀ ਦੀ ਸਜ਼ਾ ਜਿਹੜੀ ਸੀ ਉਹ ਸੁਣਾਈ ਗਈ। ਕੌਣ ਨੇ ਉਹ? ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ। ਇਹਨਾਂ ਦੀ ਸ਼ਹਾਦਤ ਕਿਉਂ ਹੁੰਦੀ ਹੈ? ਜਦੋਂ ਅਸੀਂ 1984 ਦਾ ਉਹ ਸਾਕਾ ਦੇਖਦੇ ਹਾਂ ਜੋ ਘੱਲੂਘਾਰਾ ਵਰਤਦਾ ਹੈ, ਜੋ ਅਕਾਲ ਤਖਤ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ, ਔਰ ਸਿਰਫ ਅਕਾਲ ਤਖਤ ਸਾਹਿਬ ਨੂੰ ਹੀ ਨਹੀਂ, ਇਹਦੇ ਨਾਲ ਨਾਲ 36-40 ਗੁਰਦੁਆਰਾ ਸਾਹਿਬ ਹੋਰ ਜਿਹੜੇ ਨੇ ਉਹਨਾਂ ਨੂੰ ਵੀ ਵੱਖ-ਵੱਖ ਥਾਵਾਂ ਤੇ ਨਿਸ਼ਾਨਾ ਬਣਾਇਆ ਗਿਆ। ਇੱਥੋਂ ਹੀ ਪਤਾ ਲੱਗਦਾ ਹੈ ਵੀ ਕੇਵਲ ਇੱਕ ਨਿਸ਼ਾਨਾ ਨਹੀਂ ਸੀ, ਇਹਨਾਂ ਦਾ ਨਿਸ਼ਾਨਾ ਸੀ ਕਿ ਗੁਰੂ ਕੀ ਸਿੱਖੀ ਨੂੰ ਮਿਟਾਉਣਾ। ਇਹ ਤੇ ਚੱਲਦਾ ਹੀ ਆ ਰਿਹਾ ਹੈ ਕਿ ਜਿਹੜਾ ਗੁਰੂ ਸਾਹਿਬ ਨੇ ਖਾਲਸਾ ਪੰਥ ਨੂੰ ਸਾਜਿਆ ਹੈ, ਤੇ ਜਦੋਂ ਦਾ ਸਾਜਿਆ ਹੈ ਉਦੋਂ ਹੀ ਅੱਖਾਂ ਵਿੱਚ ਰੜਕਣਾ ਸ਼ੁਰੂ ਹੋ ਗਿਆ। ਸਾਹਿਬ ਨੇ ਆਖਿਆ ਸੀ ਖਾਲਸਾ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਪਰਮਾਤਮਾ ਦੀ ਮੌਜ ਵਿੱਚ ਅੱਜ ਮੈਂ ਇਹ ਬਾਣੇ ਤੇ ਬਾਣੀ ਦਾ ਰੂਪ ਧਾਰ ਕੇ ਖਾਲਸਾ ਪ੍ਰਗਟ ਕੀਤਾ ਹੈ, ਜਿਹੜਾ ਹਮੇਸ਼ਾ ਚੜ੍ਹਦੀ ਕਲਾਂ ਦੇ ਵਿੱਚ ਰਹਿਣਾ ਸਿੱਖਦਾ ਤੇ ਸਿਖਾਉਂਦਾ ਹੈ। ਹੁਣ ਉਹ ਜਦੋਂ ਅੱਖਾਂ ਵਿੱਚ ਰਿੜਕਦਾ ਹੈ ਤੇ ਫਿਰ ਸਮੇਂ ਦੀ ਸਰਕਾਰ ਉਹਨਾਂ ਦੇ ਅੱਖਾਂ ਵਿੱਚ ਰਿੜਕਦਾ ਵੀ ਸਾਡੇ ਤਖਤ ਅੱਗੇ ਇਹ ਤਖਤ ਕਿਉਂ? ਇਹਨਾਂ ਤਖਤਾਂ ਉੱਤੇ ਜੈਕਾਰੇ ਕਿਉਂ ਛੱਡੇ ਜਾਂਦੇ ਆ ਤੇ ਚੜ੍ਹਦੀ ਕਲਾਂ ਦੀ ਫਤਿਹ ਕਿਉਂ ਸਾਂਝੀ ਕੀਤੀ ਜਾਂਦੀ ਹੈ? ਕਿਉਂਕਿ ਇਹ ਪਹਿਲਾਂ ਵੀ ਹੋ ਚੁੱਕਾ ਹੈ ਜਦੋਂ ਔਰ ਇਹ ਜਹਾਂਗੀਰ ਨੂੰ ਦੱਸਿਆ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਇੱਕ ਤਖਤ ਰਚ ਦਿੱਤਾ ਜਿਹਦਾ ਨਾਮ ਅਕਾਲ ਤਖਤ ਰੱਖਿਆ ਗਿਆ ਹੈ, ਤੇ ਉਦੋਂ ਕੋਸ਼ਿਸ਼ ਕੀਤੀ ਗਈ ਵੀ ਕਿਤੇ ਕੱਲ ਨੂੰ ਸਾਡੇ ਤਖਤ ਨੂੰ ਖਤਰਾ ਨਾ ਪੈ ਜਾਏ। ਆਪਣੇ ਤਖਤ ਨੂੰ ਬਚਾਉਣ ਲਈ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ ਨੂੰ ਹੀ ਬੰਦੀ ਬਣਾ ਲਿਆ ਤਾਂ ਕਿ ਇਹ ਤਖਤ ਦਾ ਮਾਲਕ ਰਵੇ ਹੀ ਨਾ। ਪਰ ਸਾਹਿਬ ਨੇ ਕਿਹਾ ਇਹ ਤਖਤ ਦਾ ਨਾਮ ਮੈਂ ਆਪਣੇ ਤੇ ਨਹੀਂ ਰੱਖਿਆ, ਇਹ ਤਖਤ ਦਾ ਨਾਮ ਰੱਖਿਆ ਅਕਾਲ, ਜਿਹਦੇ ਉੱਤੇ ਕਾਲ ਦਾ ਪ੍ਰਭਾਵ ਕਦੇ ਪੈ ਹੀ ਨਹੀਂ ਸਕਦਾ। ਜਿੰਨਾ ਮਰਜੀ ਹੁਕਮਰਾਨ ਆਪਣਾ ਜ਼ੋਰ ਆ ਕੇ ਅਜ਼ਮਾ ਲਵੇ, ਪਰ ਉਹ ਝੂਲ ਦੇ ਨਿਸ਼ਾਨ ਜਿਹੜੇ ਨੇ ਉਹ ਕਦੇ ਵੀ ਉਹ ਝੁਕਾ ਨਹੀਂ ਸਕਦਾ। ਇਹਦੇ ਅੱਗੇ ਤਾਂ ਝੁਕ ਜਾਣਗੇ ਹੁਕਮਰਾਨ, ਪਰ ਇਹ ਨਿਸ਼ਾਨ ਜਿਹੜਾ ਖਾਲਸਾਈ ਨਿਸ਼ਾਨ ਇਹ ਕਦੇ ਕਿਸੇ ਅੱਗੇ ਝੁਕਿਆ ਨਹੀਂ ਹੈ। ਯਤਨ ਕੀਤਾ ਤੇ ਜੋ ਉਸ ਵੇਲੇ ਸਾਕਾ ਵਰਤਿਆ, ਭਾਣਾ ਵਰਤਿਆ, ਛੋਟੇ ਜਿਹੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਅਸੀਂ ਸਾਰੇ ਜਾਣਦੇ ਹਾਂ ਕਿ ਸਮੇਂ ਦੇ ਹੁਕਮਰਾਨ ਨੇ, ਜਿਹਨੂੰ ਅਸੀਂ ਇੰਦਰਾ ਗਾਂਧੀ ਕਹਿੰਦੇ ਹਾਂ, ਕਿ ਕਿਸ ਤਰ੍ਹਾਂ ਉਹਨੇ ਪਲੈਨਿੰਗ ਕਰਕੇ ਸਾਰੀ, ਤੇ ਇੱਕ ਛੋਟੇ ਜਿਹੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੂੰ ਵੀ ਨਾ ਬਖਸ਼ਿਆ ਗਿਆ। ਜੇ ਆਪਾਂ ਗੱਲ ਕਰੀਏ ਇੱਕ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਗੱਲ ਕਰੀਏ, ਤੇ ਜਿਹੜਾ ਉੱਥੇ ਪਰਿਕਰਮਾ ਦੇ ਵਿੱਚ ਛੋਟਾ ਜਿਹਾ ਬੱਚਾ, ਕੁਝ ਮਹੀਨੇ ਕੁਝ ਸਾਲਾਂ ਦਾ ਬੱਚਾ, ਜਿਹਦੇ ਸੀਨੇ ਤੇ ਆ ਕੇ ਗੋਲੀ ਲੱਗੀ ਸੀ, ਉਹਨੇ ਕਿਹੜਾ ਜੁਰਮ ਕੀਤਾ ਹੈ? ਉਹਨੇ ਕਿਹੜਾ ਕੋਈ ਮਾੜਾ ਕਰਮ? ਆਪਣੇ ਹੱਕ ਦੀ ਖਾਤਰ ਜੂਝਣਾ ਜਿਹੜਾ ਉਹ ਕੋਈ ਮਾੜਾ ਨਹੀਂ। ਅੱਜ ਵੀ ਆ ਜਿਹੜਾ ਸੰਘਰਸ਼ ਹੋ ਰਿਹਾ ਉਹਦੇ ਵਿੱਚ ਅੱਤਵਾਦੀ ਦਾ ਨਾਮ ਦਿੱਤਾ ਜਾ ਰਿਹਾ ਹੈ, ਜਦ ਕਿ ਸਾਰੇ ਰਲ ਮਿਲ ਕੇ ਉੱਥੇ ਭਾਵਨਾ ਨਾਲ ਜੁੜੇ ਹੋਏ ਨੇ। ਜਿਹੜੇ ਭਾਵਨਾ ਨਾਲ ਸੇਵਾ ਕਰਦੇ ਨੇ ਉਹਨਾਂ ਨੂੰ ਪਿਛਾਂ ਮੋੜਨ ਲਈ ਬਦਨਾਮ ਕੀਤਾ ਜਾ ਰਿਹਾ ਹੈ। ਉਹਨਾਂ ਉੱਤੇ ਬਦਨਾਮੀ ਦੇ ਦਾਗ ਜਿਹੜੇ ਆ ਉਹ ਲਾਏ ਜਾ ਰਹੇ ਨੇ ਤਾਂ ਕਿ ਇਹ ਸੇਵਾ ਕਰਨ ਤੋਂ ਪਿੱਛੇ ਹਟ ਜਾਣ, ਤੇ ਜਿਹੜੇ ਸੰਘਰਸ਼ ਕਰਨ ਵਾਲੇ ਨੇ ਇਹ ਥੋੜੇ ਜਿਹੇ ਰਹਿ ਜਾਣ ਤੇ ਸੰਘਰਸ਼ ਖਤਮ ਹੋ ਜਾਏ।
ਇਹ ਅੰਦੋਲਨ ਖਤਮ, ਉਹਦੇ ਲਈ ਫਿਰ ਕੀ ਚਾਲ ਚੱਲੀ? ਉਹਨਾਂ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਜੇ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੀ ਬਦਨਾਮੀ ਅੱਜ ਵੀ ਉਹੀ ਹੂ ਬਹੂ ਵੇਖਣ ਨੂੰ ਸਾਨੂੰ ਮਿਲ ਰਿਹਾ ਹੈ ਕਿ ਸੱਚਾਈ ਕੁਝ ਹੋਰ ਹੈ ਪਰ ਬਿਆਨ ਕੁਝ ਹੋਰ ਕੀਤਾ ਜਾ ਰਿਹਾ ਹੈ। ਕਿਉਂ? ਕਿਉਂਕਿ ਬਦਨਾਮੀ ਕੀਤੀ ਜਾਏ ਤਾਂ ਕਿ ਇਹ ਅੰਦੋਲਨ ਇੱਥੇ ਹੀ ਖਤਮ ਹੋ ਜਾਏ, ਇਹ ਆਪਣੇ ਸੱਚ ਤੇ ਹੱਕ ਦੀ ਗੱਲ ਕਰ ਹੀ ਨਾ ਸਕਣ। ਉਸ ਵੇਲੇ ਵੀ ਬਦਨਾਮ ਕੀਤਾ ਗਿਆ। ਜੇ ਸੱਚ ਵੇਖਣਾ ਹੈ ਤੇ ਫਿਰ ਜਦੋਂ ਕੋਈ ਸਨਾਤਨੀ ਧਰਮ ਤੋਂ ਲੋਕ ਇਕੱਠੇ ਹੋ ਕੇ ਆਏ, ਕਹਿਣ ਲੱਗੇ ਅਸੀਂ ਮੰਦਿਰ ਬਣਵਾਉਣਾ ਹੈ, ਤੇ ਕੀ ਉਹਨਾਂ ਨੇ ਉਹ ਮੰਦਿਰ ਬਣਾਉਣ ਲਈ ਆਪਣੇ ਸਿੰਘਾਂ ਨੂੰ ਨਹੀਂ ਭੇਜਿਆ? ਉਹਨਾਂ ਆਖਿਆ ਜਾਓ ਜਿੰਨਾ ਵੀ ਧਨ ਲੱਗਦਾ ਹੈ ਖਰਚ ਕੇ ਇਹਨਾਂ ਦਾ ਮੰਦਿਰ ਜਿਹੜਾ ਬਣਵਾ ਕੇ ਦਿਓ। ਕੀ ਉਹ ਮਾੜਾ ਸੀ? ਜੇ ਕੋਈ ਆ ਕੇ ਕਹਿੰਦਾ ਵੀ ਮੇਰੀ ਧੀ ਨੂੰ ਸਹੁਰੇ ਪਰਿਵਾਰ ਨੇ ਘਰੋਂ ਕੱਢ ਦਿੱਤਾ ਮਾਰ ਕੁੱਟ ਕੇ, ਤੇ ਜੇ ਉਹਨਾਂ ਨੇ ਉਹਦੇ ਘਰ ਦਾ, ਉਹਦੀ ਧੀ ਦਾ ਘਰ ਵਸਾ ਦਿੱਤਾ, ਤੇ ਕੋਈ ਇਹ ਮਾੜਾ ਕੰਮ ਸੀ? ਜੇ ਆਖਿਆ ਵੀ ਜੇ ਕਿਸੇ ਦੀ ਧੀ ਘਰ ਦੇ ਵਿੱਚ ਨਹੀਂ ਵਸਦੀ ਤੇ ਉਹਦੀ ਧੀ ਨੂੰ ਘਰ ਵਸਾ ਦਿੱਤਾ, ਤੇ ਕੋਈ ਇਹ ਮਾੜਾ ਸੀ? ਪਰ ਬਦਨਾਮ ਕਰਨ ਵਾਸਤੇ ਕਈ ਤਰ੍ਹਾਂ ਦੀਆਂ ਸ਼ਬਦਾਵਲੀਆਂ ਵਰਤੀਆਂ ਗਈਆਂ। ਅਸਲ ਵਿੱਚ ਕਾਰਨ ਸੀ ਕਿ ਸੱਚ ਤੇ ਹੱਕ ਦੀ ਗੱਲ ਸੀ, ਕਿ ਅਸੀਂ ਸੱਚ ਔਰ ਹੱਕ ਜਿਹੜਾ ਹੈ ਉਹ ਆਪਣਾ ਸੱਚ ਤੇ ਚੱਲ ਕੇ ਆਪਣਾ ਹੱਕ ਲੈਣਾ ਚਾਹੁੰਦੇ ਹਾਂ। ਤੇ ਜਦੋਂ ਕੋਈ ਸੱਚ ਬੋਲ ਕੇ ਹੱਕ ਲੈਣਾ ਚਾਹੁੰਦਾ ਹੈ, ਬਸ ਉਹਦਾ ਫਿਰ ਇਹੀ ਹਾਲ ਹੁੰਦਾ ਹੈ। ਕਹਿੰਦੇ ਪਲੈਨਿੰਗ ਕੀਤੀ ਗਈ, ਮਿਟਾਉਣ ਦਾ ਯਤਨ ਕੀਤਾ ਗਿਆ, ਔਰ ਜੋ ਕੁਝ ਵਾਪਰਿਆ ਉਹ ਆਪਾਂ ਸਾਰੇ ਜਾਣਦੇ ਹਾਂ। ਕਿ ਦਿੱਲੀ ਦੇ ਵਿੱਚ ਕਹਿੰਦੇ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ, ਜਿਹੜਾ ਭਾਈ ਸਤਵੰਤ ਸਿੰਘ ਹੈ ਇਹ ਪਹਿਲਵਾਨੀ ਵੀ ਕਰਦਾ ਸੀ, ਘੋਲ ਵੀ ਬੜਾ ਚੰਗਾ ਇਹਦਾ ਸਰੀਰ ਸੀ, ਘੋਲ ਕਰਨ ਵਾਲਾ ਸੀ। ਇਹ ਤਕਰੀਬਨ 1981 ਦੇ ਵਿੱਚ ਭਰਤੀ ਹੋਇਆ ਸੀ। ਕਹਿੰਦੇ ਨੇ ਦੋਵੇਂ ਜਿਹੜੇ ਨੇ ਉਹ ਉੱਥੇ ਬਾਡੀਗਾਰਡ ਦਾ ਕੰਮ ਕਰਦੇ ਆ, ਉੱਥੇ ਭਰਤੀ ਹੋਏ ਸਨ। ਔਰ ਭਾਈ ਸਤਵੰਤ ਸਿੰਘ ਨੇ ਭਰਤੀ ਹੋਣ ਤੋਂ ਬਾਅਦ ਆਪਣੇ ਕੇਸ ਵੀ ਕਤਲ ਕਰਵਾ ਦਿੱਤੇ ਸੀ। ਹੁਣ ਜਦੋਂ ਇਹ ਭਾਣਾ ਵਰਤਿਆ ਤੇ ਭਾਈ ਬੇਅੰਤ ਸਿੰਘ ਜਿਹੜੇ ਨੇ ਇਹਨਾਂ ਦੇ ਮਨ ਨੂੰ ਬੜੀ ਗਹਿਰੀ ਚੋਟ ਲੱਗੀ ਕਿ ਜਿਹਦੀ ਅਸੀਂ ਨੌਕਰੀ ਕਰਦੇ ਪਏ ਆ, ਉਹਨੇ ਆਹ ਭਾਣਾ ਸਾਡੇ ਜਿਹੜੇ ਗੁਰੂ ਧਾਮਾਂ ਤੇ, ਕਿਉਂਕਿ ਹਰਮੰਦਰ ਸਾਹਿਬ, ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਇਹ ਸਾਡੀ ਦਿਲ ਜਾਨ ਹੈ। ਤੇ ਜੇ ਬੰਦੇ ਵਿੱਚ ਦਿਲ ਨਹੀਂ ਹੋਏਗਾ, ਜਾਨ ਨਹੀਂ ਹੋਏਗੀ, ਉਹ ਤੇ ਮੁਰਦਾ ਹੀ ਹੈ ਨਾ। ਇਹ ਸਾਡਾ ਦਿਲ ਤੇ ਸਾਡੀ ਜਾਨ ਹੈ। ਤੇ ਜਦੋਂ ਸਾਡੇ ਕੋਈ ਜਾਨ ਤੇ ਹਮਲਾ ਕਰਦਾ ਹੈ ਤੇ ਫਿਰ ਜਵਾਬੀ ਉਹਨੂੰ ਵੀ ਤੇ ਜਵਾਬ ਦੇਣਾ ਬਣਦਾ ਨਾ। ਪਹਿਲਾਂ ਬੰਦਾ ਬਰਦਾਸ਼ਤ ਕਰਦਾ ਰਹਿੰਦਾ ਹੈ, ਪਰ ਜਦੋਂ ਜਾਨ ਤੇ ਬਣ ਆਵੇ ਤੇ ਫਿਰ ਉਹਨੂੰ ਜਵਾਬੀ ਜਿਹੜਾ ਜਵਾਬ ਵੀ ਦਿੱਤਾ ਜਾਂਦਾ ਹੈ ਪਰਤ ਕੇ। ਹੁਣ ਦਿਲ ਤੇ ਹਮਲਾ ਕੀਤਾ, ਸਾਡੀ ਜਾਨ ਜਿਹੜੀ ਹੈ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ, ਤੇ ਭਾਈ ਬੇਅੰਤ ਸਿੰਘ ਦਾ ਹਿਰਦਾ ਅੰਦਰੋਂ ਬਲੂੰਦੜਿਆ ਗਿਆ। ਰੋਜ਼ ਅੰਦਰ ਮਨ ਕਹਿੰਦਾ ਸੀ, ਮਨਾ ਕਿਹਦੀ ਨੌਕਰੀ ਕਰਦਾ ਹੈ? ਜਿਹਨੇ ਇੰਨਾ ਕੁਝ ਕਰਵਾ ਦਿੱਤਾ ਤੂੰ ਉਹਦੀ ਨੌਕਰੀ ਕਰਦਾ ਹੈ, ਪਰ ਸਾਥ ਨਹੀਂ ਸੀ ਮਿਲ ਰਿਹਾ। ਕਹਿੰਦੇ ਇਹਦਾ ਇੱਕ ਫੁੱਫੜ ਸੀ ਭਾਈ ਕੇਰ ਸਿੰਘ। ਭਾਈ ਕੇਰ ਸਿੰਘ ਦੇ ਕੋਲ ਇੱਕ ਦਿਨ ਗੱਲ ਕੀਤੀ, ਕਹਿਣ ਲੱਗੇ ਕਦੇ ਹਰਮੰਦਰ ਸਾਹਿਬ, ਦਰਬਾਰ ਸਾਹਿਬ ਅਬਦਾਲੀ ਚੜ੍ਹ ਕੇ ਆਉਂਦਾ ਹੈ ਤੇ ਉਹਦਾ ਸੌਦਾ ਫੇਰਿਆ ਜਾਂਦਾ ਹੈ, ਕਦੇ ਮੱਸਾ ਰੰਗੜ ਵਰਗਾ ਆਉਂਦਾ ਹੈ ਤੇ ਫਿਰ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਵਰਗੇ ਜੂਝਦੇ ਨੇ, ਤੇ ਅੱਜ ਨਹੀਂ ਕੋਈ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਬਣ ਸਕਦਾ। ਇੱਕ ਬੇਨਤੀ ਕਰਾਂ, ਅਸੀਂ ਗੱਲ ਕਰ ਰਹੇ ਹਾਂ ਵੀ ਕਿਸਾਨਾਂ ਦੀ, ਤੇ ਧਿਆਨ ਰੱਖਿਓ ਕਿਸਾਨ ਦਾ ਉਗਾਇਆ ਹੋਇਆ ਅੰਨ ਤੇ ਹਰ ਘਰ ਵਿੱਚ ਪਹੁੰਚਦਾ ਹੈ। ਉਹ ਧਰਮ ਥੋੜੀ ਵੇਖਦਾ ਹੈ, ਉਹ ਜਾਤ ਪਾਤ ਥੋੜੀ ਵੇਖਦਾ ਹੈ, ਉਹ ਮੁਲਕ ਥੋੜੀ ਵੇਖਦਾ ਹੈ। ਉਹ ਜਿਹੜਾ ਅੰਨ ਪੈਦਾ ਕਰ ਰਿਹਾ ਹੈ ਕਿਸਾਨ, ਉਹ ਹਰ ਇੱਕ ਦੇ ਘਰ ਤੱਕ ਪਹੁੰਚਦਾ। ਇਹਦਾ ਮਤਲਬ ਅਸੀਂ ਸਾਰੇ ਹੀ ਕਿਸਾਨ ਨਾਲ ਜੁੜੇ ਹੋਏ ਹਾਂ, ਅਸੀਂ ਸਾਰੇ ਹੀ ਕਿਸਾਨ ਹਾਂ, ਕਿਉਂਕਿ ਕਿਸਾਨ ਤੋਂ ਬਿਨਾਂ ਸਾਡੀ ਜ਼ਿੰਦਗੀ ਕਾਹਦੀ ਹੈ? ਅੰਨ ਤੋਂ ਬਿਨਾਂ ਅਸੀਂ ਗੁਜ਼ਾਰਾ ਕਰ ਹੀ ਨਹੀਂ ਸਕਾਂਗੇ। ਭਾਵੇਂ ਕੋਈ ਅਮੀਰ ਹੈ, ਭਾਵੇਂ ਗਰੀਬ ਹੈ, ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼ ਹੈ, ਭਾਵੇਂ ਕਿਸੇ ਵੀ ਧਰਮ ਵਰਗ ਦਾ, ਅੰਨ ਤੋਂ ਬਿਨਾਂ ਰਹਿ ਲੋਗੇ? ਨਹੀਂ ਰਿਹਾ ਜਾ ਸਕਦਾ। ਇਹਦਾ ਮਤਲਬ ਅਸੀਂ ਸਾਰੇ ਹੀ ਕਿਸਾਨ ਹਾਂ। ਤੇ ਫਿਰ ਕਿਸਾਨਾਂ ਦੇ ਨਾਲ ਖਲੋ ਕੇ ਦੱਸ ਦਈਏ ਕਿ ਤੁਸੀਂ ਚੰਦ ਨਹੀਂ, ਸਾਰਾ ਦੁਨੀਆ ਸੰਸਾਰ ਹੀ ਜਿਹੜਾ ਉਹ ਤੁਹਾਡੇ ਨਾਲ ਜੁੜਿਆ, ਕਿਉਂਕਿ ਤੁਹਾਡਾ ਪੈਦਾ ਕੀਤਾ ਅੰਨ ਪਤਾ ਨਹੀਂ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਕਿਹਦਾ ਪੇਟ ਜਾ ਕੇ ਭਰਦਾ ਹੈ। ਹੁਣ ਅਗਲੀ ਗੱਲ ਧਿਆਨ ਨਾਲ ਸੁਣਿਓ। ਜਦੋਂ ਭਾਈ ਕੇਰ ਸਿੰਘ ਆਪਣੇ ਫੁੱਫੜ ਨੂੰ ਪੁੱਛਿਆ ਨਾ ਭਾਈ ਬੇਅੰਤ ਸਿੰਘ ਨੇ ਕਿ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਵਰਗਾ ਨਹੀਂ ਕੋਈ ਪੈਦਾ ਹੋ ਸਕਦਾ,
ਤੇ ਉਹਨਾਂ ਆਖਿਆ ਸੀ, ਕਹਿਣ ਲੱਗੇ, ਬੇਅੰਤ ਸਿੰਘ ਤੂੰ ਕਿਹਦੀ ਆਸ ਰੱਖਦਾ? ਦੂਜਿਆਂ ਤੋਂ ਆਸ ਰੱਖਦਾ? ਤੂੰ ਖੁਦ ਕਿਉਂ ਨਹੀਂ ਭਾਈ ਸੁੱਖਾ ਸਿੰਘ ਬਣ ਜਾਂਦਾ? ਤੂੰ ਭਾਈ ਮਹਿਤਾਬ ਸਿੰਘ ਖੁਦ ਕਿਉਂ ਨਹੀਂ ਬਣ ਸਕਦਾ? ਉਹ ਕਹੀ ਹੋਈ ਗੱਲ ਹਿਰਦੇ 'ਚ ਵਸ ਗਈ। ਜਦੋਂ ਹਿਰਦੇ 'ਚ ਵਸੀ ਤੇ ਸਮਾਂ ਬਦਲਿਆ, ਆ ਦੀਵਾਲੀ ਦਾ ਦਿਨ ਆਉਣਾ ਸੀ ਤੇ ਕਹਿੰਦੇ ਭਾਈ ਬੇਅੰਤ ਸਿੰਘ ਨੇ ਭਾਈ ਸਤਵੰਤ ਸਿੰਘ ਨੂੰ ਆਖਿਆ ਕਿ ਐਤਕੀ ਦੀਵਾਲੀ ਜਿਹੜੀ ਆ ਉਹ ਦਿੱਲੀ ਵਿੱਚ ਹੀ ਮਨਾਉਣੀ ਹੈ ਕਿ ਅੰਮ੍ਰਿਤਸਰ ਸਾਹਿਬ ਜਾਣਾ ਹੈ? ਤੇ ਉਹਨਾਂ ਅੱਗੋਂ ਜਵਾਬ ਦਿੱਤਾ ਵੀ ਨਹੀਂ, ਸਿੰਘ ਸਾਹਿਬ ਦਾ ਹੁਕਮ ਹੋਇਆ ਕਿ ਐਤਕੀ ਕਾਲੀ ਦੀਵਾਲੀ ਮਨਾਈ ਜਾਏ, ਕਾਲੀਆਂ ਦਸਤਾਰਾਂ ਸਜਾਈਆਂ ਜਾਣ, ਕਿਉਂਕਿ ਏਡਾ ਵੱਡਾ ਇਹ ਘੱਲੂਘਾਰਾ ਜਿਹੜਾ ਵਰਤਿਆ ਹੈ, ਇੱਥੇ ਅਸੀਂ ਆਹ ਦੀਵਾਲੀ ਜਿਹੜੀ ਹੈ ਉਹ ਕਾਲੀਆਂ ਦਸਤਾਰਾਂ ਸਜਾ ਕੇ ਮਨਾਉਣੀਆਂ ਨੇ, ਜਿਹਨੂੰ ਕਾਲੀ ਦੀਵਾਲੀ ਕਹਿੰਦੇ ਆ। ਜਦੋਂ ਇੰਨੀ ਗੱਲ ਭਾਈ ਸਤਵੰਤ ਸਿੰਘ ਨੇ ਕਹੀ ਤੇ ਭਾਈ ਬੇਅੰਤ ਸਿੰਘ ਸਮਝ ਗਿਆ ਕਿ ਇਕੱਲਾ ਮੈਂ ਹੀ ਦੁਖੀ ਨਹੀਂ, ਇਹਦੇ ਅੰਦਰ ਵੀ ਦੁੱਖ ਹੈ। ਕਹਿੰਦੇ ਉਹ ਸਮਝ ਗਿਆ, ਇੱਕ ਗੱਲ ਛੇੜਨੀ ਸੀ ਨਾ, ਕਿਸੇ ਦੇ ਅੰਦਰ ਦੀ ਗੱਲ ਨੂੰ ਬੁੱਝਣਾ ਹੋਵੇ, ਕਿਸੇ ਦਾ ਦੁੱਖ ਸੁਣਨਾ ਹੋਵੇ, ਆਪਣਾ ਦੁੱਖ ਸੁਣਾ ਦਿਓ। ਜਦੋਂ ਤੁਸੀਂ ਆਪਣਾ ਇੱਕ ਦੁੱਖ ਸੁਣਾਓਗੇ, ਅਗਲਾ ਤੁਹਾਨੂੰ 4 ਦੁੱਖ ਸੁਣਾ ਕੇ ਆਪਣੇ ਜਾਏਗਾ। ਕਿਸੇ ਨੂੰ ਵੀ ਆਪਣਾ ਇੱਕ ਦੁੱਖ ਸੁਣਾ ਕੇ ਵੇਖਿਓ, ਉਹ ਤੁਹਾਨੂੰ ਆਪਣੇ ਕਿੰਨੇ ਦੁੱਖ ਸੁਣਾ ਕੇ ਚਲਾ ਜਾਏਗਾ। ਪਰ ਜੇ ਤੁਸੀਂ ਉਹਨੂੰ ਕੁਝ ਨਾ ਸੁਣਾਇਆ ਤੇ ਉਹ ਆਪਣਾ ਅੰਦਰ ਵੀ ਨਹੀਂ ਖੋਲੇਗਾ। ਕਹਿੰਦੇ ਭਾਈ ਬੇਅੰਤ ਸਿੰਘ ਨੇ ਜਦੋਂ ਗੱਲ ਛੇੜੀ, ਉਹਨੇ ਅੱਗੋਂ ਜਵਾਬ ਇਸ ਤਰ੍ਹਾਂ ਦਿੱਤਾ ਤੇ ਸਮਝ ਗਿਆ ਵੀ ਇਕੱਲਾ ਮੈਂ ਹੀ ਨਹੀਂ, ਇਹ ਵੀ ਮੇਰੇ ਨਾਲ ਦੁਖੀ ਹੈ। ਸਮਾਂ ਬੀਤਿਆ, ਉਹ ਕਹਿੰਦੇ ਵੀ ਗੱਲ ਇਦਾਂ ਨਹੀਂ ਬਣਨੀ, ਵੀ ਆਪਾਂ ਛੁੱਟੀ ਲੈ ਕੇ ਚੱਲਦੇ ਹਾਂ, ਇੱਕ ਵਾਰੀ ਦੇਖੀਏ ਤੇ ਸਹੀ ਜਾ ਕੇ, ਜਿੱਥੇ ਇੰਨਾ ਭਾਣਾ ਵਰਤ ਗਿਆ ਹੈ ਉਹਨੂੰ ਜਾ ਕੇ ਅੱਖੀਂ ਵੇਖਣਾ ਚਾਹੀਦਾ ਇੱਕ ਵਾਰ। ਕਹਿੰਦੇ ਨੇ ਆਏ, ਤਿੰਨੇ ਜਣੇ ਆਏ, ਭਾਈ ਕੇਰ ਸਿੰਘ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਤਿੰਨੇ ਜਣੇ ਆਏ ਨੇ। ਜਦੋਂ ਅਕਾਲ ਤਖਤ ਸਾਹਿਬ ਜੀ ਦਾ ਹਾਲ ਵੇਖਿਆ, ਇਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਆ ਗਏ। ਮਨ ਅੰਦਰ ਜਿਹੜਾ ਵਲੂੰਦੜਿਆ ਗਿਆ ਕਿ ਕਿੰਨੇ ਇਹਨਾਂ ਨੇ ਗੋਲੇ ਦਾਗ ਕੇ ਆ ਹਾਲ ਜਿਹੜਾ ਇਹ ਅਕਾਲ ਤਖਤ ਸਾਹਿਬ ਦਾ ਕੀਤਾ। ਤੇ ਜਦੋਂ ਉੱਥੇ ਦਾ ਮਾਹੌਲ ਜਾਣਿਆ ਕਿ ਪਰਿਕਰਮਾ ਵਿੱਚ ਕੋਈ ਐਸੀ ਥਾਂ ਨਹੀਂ ਜਿੱਥੇ ਕੋਈ ਸਰੀਰ ਨਾ ਪਿਆ ਹੋਵੇ। ਇੱਕ ਬੀਬੀ ਆਪਣੇ ਪਤੀ ਤੇ ਛੋਟੇ ਜਿਹੇ ਬੱਚੇ ਨਾਲ ਆਈ ਸੀ ਸ਼ੁਕਰਾਨਾ ਕਰਨ ਕਿ ਗੁਰੂ ਰਾਮਦਾਸ ਪਾਤਸ਼ਾਹ ਤੂੰ ਮੈਨੂੰ ਜੀਵਨ ਸਾਥੀ ਵੀ ਬੜਾ ਵਧੀਆ ਦਿੱਤਾ ਤੇ ਆਹ ਜਿਹੜਾ ਪੁੱਤਰ ਦਿੱਤਾ ਨਾ, ਇਹ ਵੀ ਮੈਂ ਤੇਰੇ ਘਰੋਂ ਲਿਆ ਤੇ ਤੇਰਾ ਸ਼ੁਕਰਾਨਾ ਕਰਨ ਆਈ ਆਂ। ਪਰ ਜਦੋਂ ਵਾਪਸ ਜਾਣਾ ਸੀ ਨਾ ਤੇ ਤਿੰਨਾਂ ਵਿੱਚੋਂ ਕੋਈ ਵੀ ਵਾਪਸ ਨਹੀਂ ਗਿਆ ਸੀ। ਪਹਿਲੀ ਗੋਲੀ ਪਤੀ ਦੇ ਆ ਕੇ ਲੱਗੀ, ਦੂਜੀ ਗੋਲੀ ਉਸ ਬੱਚੇ ਨੂੰ ਗੋਦ ਵਿੱਚ ਚੁੱਕਿਆ ਉਹਨੂੰ ਆ ਕੇ ਲੱਗਦੀ ਹੈ, ਤੇ ਤੀਜੀ ਗੋਲੀ ਇਹਦੇ ਸੀਨੇ ਤੇ। ਤਿੰਨੇ ਪਏ ਨੇ। ਹੁਣ ਉਹਨਾਂ ਨੂੰ ਪੁੱਛੇ ਵੀ ਉਹਨਾਂ ਤਿੰਨਾਂ ਦਾ ਕੀ ਕਸੂਰ ਸੀ। ਜਦੋਂ ਇਸ ਤਰ੍ਹਾਂ ਦੇ ਹਾਲਾਤ ਜਾਣੇ ਤੇ ਮਨ ਅੰਦਰ ਅਰਦਾਸ ਕੀਤੀ ਕਿ ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕਾ, ਸਾਨੂੰ ਹਿੰਮਤ ਬਣ ਕੇ ਅਸੀਂ ਕਿਤੇ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਬਣ ਸਕੀਏ। ਅਸੀਂ ਕਿਤੇ ਇਹ ਜਿਹੜੇ ਜਿਹਨੇ ਇਹ ਹੁਕਮਰਾਨ ਨੇ ਆਹ ਕੁਝ ਭਾਣਾ ਵਰਤਾਇਆ, ਕਿਤੇ ਉਹਦਾ ਸੌਦਾ ਫੇਰ ਸਕੀਏ। ਕਹਿੰਦੇ ਅਰਦਾਸ ਕਰਕੇ ਘਰ ਆਏ ਨੇ। ਮਨ ਨੇ ਫੈਸਲਾ ਕਰ ਲਿਆ। ਘਰ ਵਿੱਚ ਆ ਕੇ ਹੁਣ ਬਾਤਾਂ ਵੀ ਉਸ ਤਰ੍ਹਾਂ ਦੀਆਂ ਕੀਤੀਆਂ। ਭਾਈ ਸਤਵੰਤ ਸਿੰਘ, ਜਿਨ੍ਹਾਂ ਦੇ ਪਿਤਾ ਦਾ ਨਾਮ ਭਾਈ ਤਰਲੋਕ ਸਿੰਘ ਤੇ ਮਾਤਾ ਜੀ ਦਾ ਨਾਮ ਮਾਤਾ ਪਿਆਰ ਕੌਰ ਹੈ, ਇਹਦੀ ਮੰਗਣੀ ਜਿਹੜੀ ਹੋਈ ਸੀ ਬੀਬੀ ਸੁਰਿੰਦਰ ਕੌਰ ਦੇ ਨਾਲ। ਹੁਣ ਮਨ ਨੇ ਫੈਸਲਾ ਕਰ ਲਿਆ ਸੀ ਕਿ ਦਿੱਲੀ ਐਤਕੀ ਜਾ ਕੇ ਆਹ ਖੇਡ ਵਰਤਾਉਣੀ ਹੈ। ਜਿਨ੍ਹਾਂ ਨੇ ਸਾਡੇ ਦਿਲ ਤੇ ਜਾਨ ਤੇ ਹਮਲਾ ਕੀਤਾ, ਉਹਨੂੰ ਦੱਸਣਾ ਚਾਹੁੰਦੇ ਆ ਵੀ ਸਿੱਖ ਜਿਉਂਦੇ ਨੇ, ਹਜੇ ਮਰੇ ਨਹੀਂ। ਉਹਨਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ, ਹਜੇ ਮਰੀਆਂ ਨਹੀਂ। ਕਹਿੰਦੇ ਨੇ ਉਹ ਘਰ ਆਏ ਤੇ ਘਰ ਆ ਕੇ ਭਾਈ ਸਤਵੰਤ ਸਿੰਘ ਨੇ ਕਿਹਾ, ਕਹਿੰਦੇ ਬਾਪੂ ਜੀ ਇੱਕ ਗੱਲ ਕਹਾਂ, ਭਾਵੇਂ ਉਹ ਠੀਕ ਨਹੀਂ ਹੈ, ਪਰ ਜੇ ਤੁਸੀਂ ਮੰਨ ਲਓ ਵੀ ਜਿਹਦੇ ਨਾਲ ਮੇਰਾ ਰਿਸ਼ਤਾ ਤੈਅ ਹੋਇਆ ਨਾ, ਮੈਂ ਉਹਨੂੰ ਇੱਕ ਵਾਰੀ ਮਿਲਣਾ ਚਾਹੁੰਦਾ। ਇੱਕ ਵਾਰ ਤੁਸੀਂ ਮੈਨੂੰ ਮਿਲਾ ਦਿਓ। ਠੀਕ ਹੈ, ਉਸ ਵੇਲੇ ਦੇ ਹਾਲਾਤ ਇਦਾਂ ਦੇ ਸੀ ਵੀ ਪਹਿਲਾਂ ਮੇਲ ਮਿਲਾਪ ਨਹੀਂ ਸੀ ਹੁੰਦਾ। ਅੱਜ ਤੇ ਸਭ ਕੁਝ ਢਾਂਚਾ ਹੀ ਜਿਹੜਾ ਉਹ ਬਦਲ ਗਿਆ ਨਾ ਸਾਰਾ। ਕਹਿੰਦੇ ਨੇ ਠੀਕ ਹੈ, ਯਤਨ ਕਰਦੇ ਆ, ਜੇ ਤੂੰ ਬਹੁਤਾ ਕਹਿਣਾ ਹੈ ਤਾਂ। ਚਲੋ ਕੁਦਰਤੀ ਗੁਰਦੁਆਰਾ ਸਾਹਿਬ ਗਏ ਸੀ, ਉੱਥੇ ਸਬੱਬੀ ਮੇਲ ਹੋ ਗਿਆ। ਜਦੋਂ ਸਬੱਬੀ ਮੇਲ ਹੁੰਦਾ ਤੇ ਭਾਈ ਸਤਵੰਤ ਸਿੰਘ, ਜਿਹਦੇ ਨਾਲ ਆਨੰਦ ਕਾਰਜ ਹੋਣਾ ਸੀ, ਬੀਬੀ ਸੁਰਿੰਦਰ ਕੌਰ ਨੂੰ ਸਮਝਾਉਂਦਾ ਹੈ। ਕਹਿਣ ਲੱਗੇ ਮੈਂ ਇੱਕ ਬਹੁਤ ਵੱਡੇ ਕਾਰਜ ਤੇ ਚੱਲਿਆ
ਪਹਿਲੇ ਤੇ ਅਰਦਾਸ ਕਰੀ ਵੀ ਉਹਦੇ ਵਿੱਚ ਸਫਲ ਹੋ ਜਾ। ਤੇ ਜੇ ਮੈਂ ਕਿਤੇ ਪਰਤ ਕੇ ਆਵਾਂਗਾ ਤੇ ਆਨੰਦ ਕਾਰਜ ਜ਼ਰੂਰ ਹੋਏਗਾ, ਤੇ ਜੇ ਮੈਂ ਨਾ ਆ ਸਕਿਆ ਤੇ ਤੂੰ ਆਨੰਦ ਕਾਰਜ ਕਿਸੇ ਹੋਰ ਨਾਲ ਕਰਵਾ ਲਈ। ਇਹ ਗੱਲ ਕਹੀ। ਘਰ ਦੇ ਵਿੱਚ ਵੀ ਕਹਿਣ ਲੱਗੇ, ਬਾਪੂ ਜੀ ਮਾਤਾ ਜੀ ਅਰਦਾਸ ਕਰਿਓ, ਮੈਂ ਇੱਕ ਬਹੁਤ ਵੱਡੇ ਮਿਸ਼ਨ ਤੇ ਜਾਣਾ ਹੈ, ਬਹੁਤ ਵੱਡੇ ਕਾਰਜ ਲਈ ਜਾਣਾ। ਹੁਣ ਉਹਨਾਂ ਨੂੰ ਨਹੀਂ ਪਤਾ ਸੀ ਵੀ ਰਮਜ਼ ਕੀ ਹੈ, ਉਹ ਰਮਜ਼ਾਂ ਪਾਈ ਜਾਂਦਾ ਸੀ, ਸਮਝ ਆਈ ਕੋਈ ਨਾ। ਕਹਿੰਦੇ ਨੇ ਘਰ ਦੇ ਵਿੱਚ ਜੋ ਕੱਪੜੇ ਦਿੱਲੀ ਤੋਂ ਆਪਣੀ ਪੈਂਟਾਂ ਸ਼ਰਟਾਂ ਲਿਆਂਦੀਆਂ ਸੀ ਉਹ ਵੀ ਘਰ ਦੇਤੀਆਂ, ਵੀ ਮੇਰੇ ਛੋਟੇ ਭਰਾਵਾਂ ਨੂੰ ਦੇ ਦਿਓ। ਅੱਜ ਵੀ ਕਹਿੰਦੇ ਆ ਉਹਨਾਂ ਨੇ ਉਹ ਵਸਤਰ ਉਹਨਾਂ ਦੇ ਸੰਭਾਲ ਕੇ ਰੱਖੇ ਨੇ, ਉਹਨਾਂ ਦੇ ਪਰਿਵਾਰ ਨੇ, ਕਿ ਇਹ ਜਾਂਦੀ ਵਾਰੀ ਭਾਈ ਸਤਵੰਤ ਸਿੰਘ ਜਿਹੜੇ ਵਸਤਰ ਸਾਨੂੰ ਦੇ ਕੇ ਗਿਆ ਆਪਣੇ, ਕਿ ਮੈਨੂੰ ਛੋਟੇ ਹੋ ਗਏ ਨੇ ਤੇ ਮੇਰੇ ਵੀਰ ਨੂੰ ਦੇ ਦਿਓ, ਮੇਰੇ ਭਰਾਵਾਂ ਨੂੰ ਦੇ ਦਿਓ। ਉਹਨਾਂ ਨੇ ਅੱਜ ਵੀ ਉਹ ਸੰਭਾਲ ਕੇ ਰੱਖੇ ਹੋਣਗੇ। ਕਹਿੰਦੇ ਨੇ ਇਸ ਤਰ੍ਹਾਂ ਅਰਦਾਸ ਕੀਤੀ। ਤੇ ਜਦੋਂ ਇਹਨੇ ਭਾਈ ਸਤਵੰਤ ਸਿੰਘ ਨੇ ਆਪਣੇ ਸੀਸ ਤੋਂ ਦਸਤਾਰ ਉਤਾਰੀ ਨਾ, ਤੇ ਥੱਲੇ ਜੂੜਾ ਹੈ ਹੀ ਨਹੀਂ ਸੀ। ਜਦੋਂ ਜੂੜਾ ਨਹੀਂ ਸੀ ਤੇ ਫਿਰ ਪਿਤਾ ਨੇ ਆਖਿਆ, ਗੱਲਾਂ ਬੜੀਆਂ ਵੱਡੀ ਸਿੱਖੀ ਦੀਆਂ ਕਰਦਾ ਤੂੰ ਕਹਿੰਦਾ ਵੀ ਮੈਨੂੰ ਦੁੱਖ ਬੜਾ ਹੋਇਆ ਵੀ ਜੋ ਇਹ ਭਾਣਾ ਵਰਤਿਆ ਹੈ, ਤੂੰ ਬੜੀ ਸਿੱਖੀ ਦੀ ਗੱਲ ਕਰਦਾ, ਪਰ ਸਿੱਖੀ ਵਾਲਾ ਸਰੂਪ ਤਾਂ ਤੇਰਾ ਹੈ ਹੀ ਕੋਈ ਨਹੀਂ। ਉਹ ਇੱਕ ਚੋਟ ਕਰ ਗਈ ਸੀ ਘਰ, ਤੇ ਮਨ ਨੇ ਕਿਹਾ ਸੀ, ਮਨਾ ਹੁਣ ਮੈਂ ਸਾਬਤ ਸੂਰਤ ਹੋਣਾ ਹੈ। ਔਰ ਕਹਿੰਦੇ ਸਾਬਤ ਸੂਰਤ ਹੋ ਕੇ ਜਦੋਂ ਤਿੰਨੇ ਜਾਣੇ ਆਪਣੇ ਘਰ ਦੇ ਵਿੱਚ ਅਰਦਾਸ ਬੇਨਤੀ ਕਰਕੇ ਗਏ ਨੇ, ਤੇ ਜਾਂਦਿਆਂ ਸਾਰ ਸਭ ਤੋਂ ਪਹਿਲਾਂ ਉੱਥੇ ਖੰਡੇ ਦੀ ਪੌਲ ਲਈ ਹੈ। ਖੰਡੇ ਦੀ ਪੌਲ ਲੈ ਕੇ ਸਿੰਘ ਸਜੇ ਨੇ, ਤੇ ਮੌਕਾ ਜਿਹੜਾ ਸੀ ਉਹ ਵੇਖਣਾ ਅਕਤੂਬਰ ਦਾ, ਆ ਜਿਹੜਾ ਮਹੀਨਾ ਅਕਤੂਬਰ ਦਾ ਆਇਆ, ਤੇ ਕਹਿੰਦੇ ਉਹ ਮੌਕਾ ਵੇਖਦੇ ਸੀ ਵੀ ਕਿਸ ਦਿਨ ਸਾਨੂੰ ਮੌਕਾ ਮਿਲ ਜਾਏ, ਤੇ ਜਿਹੜੀ ਅਸੀਂ ਅਰਦਾਸ ਕਰਕੇ ਤੁਰੇ ਹਾਂ ਉਹ ਸਾਡੀ ਕੀਤੀ ਹੋਈ ਅਰਦਾਸ ਸਫਲ ਹੋ ਜਾਏ। ਕਹਿੰਦੇ ਨੇ ਇਹ ਜੋ ਸਮੇਂ ਦੇ ਹੁਕਮਰਾਨ ਇੰਦਰਾ ਗਾਂਧੀ ਦੇ ਬਾਡੀਗਾਰਡ ਸਨ, ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ, ਇਹ ਦੋਵੇਂ ਪਹਿਰੇ ਤੇ ਨੇ। ਅੱਜ ਪਤਾ ਲੱਗਾ ਸੀ ਕਿ ਉਹਨੇ ਨਿਕਲਣਾ ਹੈ, ਕਿਉਂਕਿ ਉਹਨੇ ਵੀ ਆਪਣੇ ਕਈ ਰੂਪ ਬਣਾਏ ਹੋਏ ਸੀ, ਪਤਾ ਹੀ ਨਹੀਂ ਸੀ ਲੱਗਦਾ ਡੁਪਲੀਕੇਟ ਕੌਣ ਹੈ ਤੇ ਓਰੀਜਨਲ ਕੌਣ ਹੈ। ਇੱਕ ਦਿਨ ਪਤਾ ਲੱਗ ਗਿਆ ਕਿ ਅੱਜ ਜਿਹਨੇ ਬਾਹਰ ਆਉਣਾ ਹੈ ਉਹ ਅਸਲ ਦੇ ਵਿੱਚ ਉਹ ਆਪ ਹੀ ਹੈ। ਕਹਿੰਦੇ ਫਿਰ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਖਲੋਤੇ ਨੇ, ਆਪਣੇ ਜੋ ਉਹਨਾਂ ਦੀ ਡਿਊਟੀ ਤੇ ਖਲੋਤੇ ਨੇ। ਬਸ ਦਰਵਾਜ਼ਾ ਖੁੱਲਣ ਦੀ ਦੇਰੀ ਸੀ, ਤੇ ਜਿਹੜੀ ਅਰਦਾਸ ਕਰਕੇ ਆਏ ਸਨ, ਅੱਜ ਉਹ ਸਮਾਂ ਬਣਿਆ ਤੇ ਨਿਕਲਦਿਆਂ ਸਾਰ ਸੀਨੇ ਵਿੱਚ ਗੋਲੀਆਂ ਜਿਹੜੀਆਂ ਉਹ ਦਾਗ ਦਿੱਤੀਆਂ। ਤੇ ਜਦੋਂ ਗੋਲੀਆਂ ਦਾਗੀਆਂ, ਹਥਿਆਰ ਸੁੱਟ ਕੇ ਕਹਿੰਦੇ ਜਿਹੜਾ ਕੰਮ ਅਸੀਂ ਕਰਨਾ ਸੀ ਕਰ ਲਿਆ, ਹੁਣ ਤੁਸੀਂ ਆਪਣਾ ਜਿਹੜਾ ਕੰਮ ਕਰਨਾ ਹੈ ਕਰ ਲਓ। ਦੋਵਾਂ ਨੂੰ ਪਕੜ ਲਿਆ ਗਿਆ। ਕਹਿੰਦੇ ਦੋਵਾਂ ਨੂੰ ਪਕੜ ਕੇ ਫਿਰ ਕਸਰ ਤੇ ਕੋਈ ਨਹੀਂ ਨਾ ਛੱਡੀ ਹੋਏਗੀ। ਇੱਕ ਦਿਨ ਜ਼ਿਕਰ ਕੀਤਾ ਸੀ ਕਿ ਜਿਸ ਦਿਨ ਪਤਾ ਲੱਗਾ ਨਾ ਗੜੀ ਦੇ ਮੈਦਾਨ ਦੇ ਵਿੱਚ, ਚਮਕੌਰ ਦੀ ਗੜੀ ਦੇ, ਕਿ ਇਹ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੇ, ਤੇ ਕਸਰ ਤੇ ਕੋਈ ਨਹੀਂ ਛੱਡੀ ਹੋਏਗੀ ਉਹਨਾਂ ਆਖਿਆ ਵੀ ਕੋਈ ਕਸਰ ਨਾ ਛੱਡੋ, ਬਸ ਇਹਨਾਂ ਦੇ ਟੁਕੜੇ ਟੁਕੜੇ ਕਰ ਦਿਓ। ਇਹੀ ਕਾਰਨ ਸੀ ਬਾਬਾ ਅਜੀਤ ਸਿੰਘ ਨੇ ਜਿਹੜੇ ਜ਼ਖਮ ਹੋਏ ਸੀ ਉਹ 300 ਤੋਂ ਪਲੱਸ ਨੇ, 300 ਤੋਂ ਉੱਪਰ ਫੱਟ ਨੇ ਬਾਬਾ ਅਜੀਤ ਸਿੰਘ ਦੇ ਸਰੀਰ ਨੂੰ, ਕਿਉਂਕਿ ਉਹ ਕਹਿੰਦੇ ਸੀ ਇਹ ਪੁੱਤਰ ਹੈ ਗੁਰੂ ਗੋਬਿੰਦ ਸਿੰਘ ਜੀ ਦਾ, ਤੇ ਕੋਈ ਕਸਰ ਨਾ ਛੱਡਿਓ ਮਾਰਨ ਲੱਗਿਆ। ਇਸੇ ਤਰ੍ਹਾਂ ਜਦੋਂ ਦੇਖਤਾ ਖੰਡੇ ਦੀ ਪੌਲ ਲੈ ਕੇ ਸਿੰਘ ਸੱਜ ਗਏ ਸਨ, ਤੇ ਜਦੋਂ ਉਹਨਾਂ ਆਖਿਆ ਸੀ ਨਾ ਵੀ ਬੇਅੰਤ ਸਿੰਘ ਇਹ ਕੀ, ਉਹਨਾਂ ਆਖਿਆ ਬਸ ਜਿਹੜਾ ਅਕਾਲ ਤਖਤ ਸਾਹਿਬ ਤੇ ਹਮਲਾ ਕਰਾਇਆ ਇਹ ਉਹਦਾ ਬਦਲਾ ਹੈ। ਕਹਿੰਦੇ ਉਸ ਵੇਲੇ ਦੋਵਾਂ ਨੂੰ ਪਕੜ ਕੇ ਬਹੁਤ ਮਾਰ ਕੁਟਾਈ ਇਹਨਾਂ ਦੀ ਜਿਹੜੀ ਆ ਉਹ ਕੀਤੀ ਗਈ। ਇੰਨੀ ਕੁ ਕੀਤੀ ਗਈ ਭਾਈ ਸਤਵੰਤ ਸਿੰਘ ਨੂੰ, ਕਹਿੰਦੇ ਉਹ ਝੜਪ ਜਦੋਂ ਹੋਈ ਨਾ ਹੱਥਾਂ ਦੇ ਨਾਲ, ਤੇ ਉੱਥੇ ਫਿਰ ਉਹਨਾਂ ਨੇ ਗੁੱਸੇ ਵਿੱਚ ਆ ਕੇ ਜਦੋਂ ਗੋਲੀ ਚਲਾਉਣ ਲੱਗੇ, ਤੇ ਭਾਈ ਬੇਅੰਤ ਸਿੰਘ ਅੱਗੇ ਆ ਗਿਆ। ਜਦੋਂ ਭਾਈ ਬੇਅੰਤ ਸਿੰਘ ਅੱਗੇ ਆਇਆ ਤੇ ਇਹਨੇ ਆਪਣੇ ਸੀਨੇ ਤੇ ਸਾਰੀਆਂ ਗੋਲੀਆਂ ਜੜੀਆਂ ਖਾਧੀਆਂ, ਤੇ ਉੱਥੇ ਹੀ ਸਰੀਰ ਤਿਆਗ ਦਿੱਤਾ। ਹੁਣ ਦੋ ਭਾਈ ਕੇਰ ਸਿੰਘ ਨੂੰ ਵੀ ਪਕੜ ਲਿਆ ਗਿਆ, ਤੇ ਦੋਵਾਂ ਨੂੰ ਕਹਿੰਦੇ ਪਕੜ ਕੇ ਬੰਦੀ ਬਣਾਇਆ ਗਿਆ। ਕੇਸ ਚੱਲਿਆ, ਵਾਰਤਾਲਾਪ ਹੋਈ, ਜਵਾਬ ਸਵਾਲ ਹੋਏ, ਔਰ ਇੱਕ ਦਿਨ ਕਹਿੰਦੇ ਜਿਹੜੇ ਕੇਸ ਇਹਨਾਂ ਵੱਲੋਂ ਲੜਨ ਵਾਲੇ ਸੀ ਉਹਨਾਂ ਨੇ ਇੱਕ ਦਿਨ ਮਾਤਾ ਪਿਤਾ ਦੀ ਮੁਲਾਕਾਤ ਦਾ ਸਮਾਂ ਲੈ ਦਿੱਤਾ। ਪਿਤਾ ਭਾਈ ਤਰਲੋਕ ਸਿੰਘ, ਮਾਤਾ ਪਿਆਰ ਕੌਰ ਜੀ, ਦੋਵੇਂ ਜਣੇ ਆਉਂਦੇ ਨੇ। ਪਹਿਲਾਂ ਪਿਤਾ ਜੀ ਅੰਦਰ ਮਿਲਣ ਵਾਸਤੇ ਗਏ ਭਾਈ ਸਤਵੰਤ ਸਿੰਘ ਨੂੰ,
ਕਹਿੰਦੇ ਹਾਲਤ ਬੜੀ ਬੁਰੀ ਸੀ, ਬੜਾ ਐਸ ਉੱਠਿਆ ਵੀ ਜਿਹੜਾ ਉਹ ਜਾਣਾ ਬੜਾ ਔਖਾ ਸੀ। ਤੇ ਪਿਤਾ ਦੇ ਅੰਦਰ ਕਿੰਨਾ ਜਜ਼ਬਾ, ਕਿੰਨਾ ਅੰਦਰ ਹੌਸਲਾ ਬੁਲੰਦ ਸੀ। ਕਹਿੰਦੇ ਆਪਣੇ ਪੁੱਤਰ ਦੀ ਹਾਲਤ ਵੇਖ ਕੇ ਅੱਖਾਂ ਵਿੱਚ ਅਥਰੂ ਨਹੀਂ ਸੀ ਲਿਆਂਦੇ। ਬਸ ਇੱਕ ਗੱਲ ਕਹੀ ਸੀ, ਪੁੱਤਰ ਜਦੋਂ ਮੇਰੇ ਤੋਂ ਬਾਅਦ ਤੇਰੀ ਮਾਤਾ ਜੀ ਨੇ ਮਿਲਣ ਆਉਣਾ ਨਾ, ਤੇ ਤੂੰ ਆਪਣੇ ਪੈਰਾਂ ਤੇ ਖਲੋ ਜਾਈਂ ਤਾਂ ਕਿ ਤੇਰੀ ਮਾਂ ਦਾ ਹਿਰਦਾ ਡੋਲ ਨਾ ਜਾਏ। ਤੇ ਉਹਨੇ ਆਖਿਆ ਸੀ, ਪਿਤਾ ਜੀ ਤੁਸੀਂ ਜਦੋਂ ਬਾਹਰ ਜਾਣਾ ਤੇ ਜਕਾਰੇ ਛੱਡਦੇ ਜਾਣਾ, ਕਿਉਂਕਿ ਫਾਂਸੀ ਦਾ ਹੁਕਮ ਹੋ ਗਿਆ ਤੇ ਜਿਸ ਦਿਨ ਫਾਂਸੀ ਲੱਗਣੀ ਹੈ ਉਸ ਦਿਨ ਵੀ ਤੁਸੀਂ ਜਕਾਰਾ ਛੱਡਣਾ ਹੈ। ਕਿਉਂਕਿ ਜਿਸ ਦਿਨ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਗੜੀ ਵਿੱਚ ਸਰੀਰ ਛੱਡਦੇ ਆ, ਉਸ ਦਿਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਦੀ ਸ਼ਹਾਦਤ ਤੇ ਚੜ੍ਹਦੀ ਕਲਾ ਵਾਲਾ ਜਕਾਰਾ ਛੱਡਿਆ। ਤੇ ਤੁਸੀਂ ਢਹਿੰਦੀ ਕਲਾਂ 'ਚ ਨਹੀਂ ਜਾਣਾ, ਤੁਸੀਂ ਵੈਰਾਗ ਵਿੱਚ ਨਹੀਂ ਜਾਣਾ, ਤੁਸੀਂ ਅਥਰੂ ਨਹੀਂ ਵਹਾਉਣੇ, ਤੁਸੀਂ ਚੜ੍ਹਦੀ ਕਲਾਂ ਦਾ ਜਕਾਰਾ ਜਿਹੜਾ ਉਹ ਛੱਡਣਾ ਹੈ। ਕਹਿੰਦੇ ਜਦੋਂ ਜਕਾਰਾ ਛੱਡਦੇ ਪਿਤਾ ਜੀ ਆਏ ਵਾਪਸ ਬਾਹਰ ਤੇ ਪੁੱਛਿਆ ਕਿ ਕੀ ਤੁਹਾਡੇ ਪੁੱਤਰ ਦੀ ਸਜ਼ਾ ਮਾਫ ਹੋ ਗਈ ਹੈ ਜਿਹੜੀ ਚੜ੍ਹਦੀ ਕਲਾਂ ਦੇ ਜਕਾਰੇ ਛੱਡਦੇ ਹੋ? ਕਹਿਣ ਲੱਗੇ ਨਹੀਂ, ਮੇਰੇ ਪੁੱਤਰ ਨੂੰ ਫਾਂਸੀ ਤਾਂ ਹੋਣੀ ਹੈ, ਪਰ ਮੈਂ ਆਪਣੇ ਪੁੱਤਰ ਦੇ ਇਸ ਕੁਰਬਾਨੀ ਉੱਤੇ ਚੜ੍ਹਦੀ ਕਲਾਂ ਵਾਲਾ ਜਕਾਰਾ ਛੱਡਦਾ। ਮਾਤਾ ਜੀ ਦਾ ਮੇਲ ਹੋਇਆ, ਪਰਿਵਾਰ ਦਾ ਮੇਲ ਹੁੰਦਾ ਹੈ। ਬਸ ਇੱਕੋ ਹੀ ਗੱਲ ਕਹਿੰਦੇ ਨੇ ਕਿ ਉਸ ਮਾਲਕ ਦੇ ਭਾਣੇ ਵਿੱਚ ਰਹੋ, ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ। ਜਿਉਂ-ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ, ਜੈ ਜੈ ਰੱਖੇ ਆਪ ਤੈਂ ਜਾਹੇ ਖੜੋਵਣਾ। ਕਹਿੰਦੇ ਉਸ ਮਾਲਕ ਦੇ ਹੁਕਮ ਨੂੰ ਮੰਨਣਾ। ਉੱਥੇ ਫਿਰ ਅੱਜ 6 ਜਨਵਰੀ ਦੇ ਦਿਨ ਇਹਨਾਂ 2 ਸੂਰਮਿਆਂ ਨੂੰ ਜਿਹੜਾ ਹੈ ਉਹ ਫਾਂਸੀ ਉੱਤੇ ਚਾੜ ਦਿੱਤਾ ਗਿਆ, ਜਿਨ੍ਹਾਂ ਦਾ ਅੱਜ ਅਸੀਂ ਸ਼ਹਾਦਤ ਵਾਲਾ ਉਹ ਦਿਨ ਚੇਤੇ ਕਰਦੇ ਹਾਂ। ਉਹਨਾਂ ਦੇ ਜਜ਼ਬੇ ਨੂੰ ਪ੍ਰਣਾਮ ਕਰਦੇ ਹਾਂ। ਤੇ ਜਿੱਥੇ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ, ਸਾਡਾ ਪ੍ਰਣਾਮ ਅੱਜ ਉਹ ਕਿਉਂਕਿ ਅੱਜ ਵੀ ਜੂਝ ਰਹੇ ਨੇ। ਤੁਸੀਂ ਵੇਖੋ, ਆ ਬਰਸਾਤ ਹੁੰਦੀ ਹੈ ਤੇ ਚਿੱਕੜ ਹੋ ਜਾਂਦਾ ਹੈ, ਪਾਣੀ ਕਿੰਨਾ ਇਕੱਠਾ ਹੋ ਜਾਂਦਾ ਹੈ। ਚਲੋ ਉੱਪਰੋਂ ਤੇ ਆਪਾਂ ਛੱਤ ਕਰ ਲਾਂਗੇ, ਕੋਈ ਟੈਂਟ, ਕੋਈ ਪਰਦਾ ਕਰ ਲਾਂਗੇ, ਪਰ ਜਿਹੜਾ ਪਾਣੀ ਦਾ ਚਿੱਕੜ ਉੱਥੇ ਇਕੱਠਾ ਹੋ ਜਾਂਦਾ ਹੈ, ਉਹਦੇ ਵਿੱਚ ਕਿਸ ਤਰ੍ਹਾਂ ਉਹ ਰਹਿ ਰਹੇ ਨੇ, ਕਿਸ ਤਰ੍ਹਾਂ ਸਰਦੀ ਨੂੰ, ਭਾਵੇਂ ਸੇਵਾ ਕਰਨ ਵਾਲਿਆਂ ਦੀ ਕਮੀ ਨਹੀਂ ਉੱਥੇ, ਕਿਉਂਕਿ ਇਹ ਗੁਰੂ ਸਾਹਿਬ ਜੀ ਦੇ ਘਰ ਚੋਂ ਦਇਆ ਤੇ ਧਰਮ ਵਾਲਾ ਗੁਣ ਜਿਨ੍ਹਾਂ ਨੂੰ ਮਿਲਦਾ ਹੈ ਉਹ ਕਦੇ ਵੀ ਪਿੱਛੇ ਨਹੀਂ ਹਟਦਾ। ਕਿਉਂਕਿ ਇਹ ਉਹ ਰਾਹ ਹੈ ਜਿੱਥੇ ਚੱਲਦਿਆਂ ਲੋਕ ਕਈ ਵਾਰ ਚਿੱਕੜ ਵੀ ਉਛਾਲਦੇ ਨੇ, ਪਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਨਾ, ਕਹਿਣ ਲੱਗੇ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ, ਨੇਹੋ ਚੱਲਾਂ ਤਾਂ ਭਿੱਜੈ ਕਮਲੀ, ਰਹਾਂ ਤਾਂ ਟੁੱਟੈ ਨੇਹੋ। ਚਿੱਕੜ ਕਾਹਦਾ ਸੀ? ਆਹੀ ਬੋਲਾਂ ਦਾ ਚਿੱਕੜ ਸੀ। ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਨੇ, ਪਰ ਉਹ ਕਹਿੰਦੇ ਪਰਵਾਹੀ ਕੋਈ ਨਹੀਂ, ਭਾਵੇਂ ਕਮਲੀ ਮੇਰੀ ਭਿੱਜ ਜਾਏ, ਭਾਵੇਂ ਚਿੱਕੜ ਦੇ ਨਾਲ ਭਰ ਜਾਏ, ਪਰ ਪਰਵਾਹ ਕੋਈ ਨਹੀਂ, ਕਿਉਂਕਿ ਜਿਹਦੇ ਨਾਲ ਨੇਹ ਪਾ ਲਿਆ ਨਾ, ਉਹ ਨੇਹ ਨਹੀਂ ਹੁਣ ਮੈਂ ਟੁੱਟਣ ਦੇਣਾ। ਤਾਈ ਤੇ ਸਾਹਿਬ ਕਹਿੰਦੇ ਸੀ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਆਪਣਾ ਗੁਣ ਨਾ ਗਵਾਈਏ। ਲੋਕ ਗੱਲਾਂ ਕਰਦੇ ਆ, ਕਰੀ ਜਾਣਦੇ ਹੋ, ਕਰਨੀ ਕਿਨੇ ਹੈ? ਆਪ ਨਾ ਦੇ ਚੁੱਲੋ ਭਰ ਪਾਣੀ, ਤੈ ਨਿੰਦੈ ਜੈ ਗੰਗਾ ਆਨੀ। ਅਕਸਰ ਲੋਕ ਨਿੰਦਾ ਬੁਰਿਆਈ ਵੀ ਉਹੀ ਕਰਦੇ ਆ ਜਿਨ੍ਹਾਂ ਨੇ ਇੱਕ ਤੀਲਾ ਵੀ ਚੁੱਕ ਕੇ ਇਧਰੋਂ ਇਧਰ ਨਾ ਰੱਖਣਾ ਹੋਵੇਗਾ। ਜਿਹੜੇ ਮਹਾਨ ਸੇਵਾਵਾਂ ਵਿੱਚ ਜੁੜਦੇ ਆ ਉਹਨਾਂ ਨੂੰ ਪ੍ਰਣਾਮ। ਜਿਹੜੇ ਸੰਘਰਸ਼ ਵਿੱਚ ਆਪਣੇ ਸੱਚ ਤੇ ਹੱਕ ਤੇ ਜਿਹੜਾ ਉਹ ਖਲੋ ਕੇ, ਸੱਚ ਤੇ ਖਲੋ ਕੇ ਹੱਕ ਲੈਣ ਲਈ ਜੂਝਦੇ ਆ, ਉਹਨਾਂ ਉੱਤੇ ਵੀ ਮੇਰੇ ਸਤਿਗੁਰੂ ਮਿਹਰ ਭਰਿਆ ਹੱਥ ਰੱਖਣ, ਤਾਂ ਕਿ ਚੜ੍ਹਦੀ ਕਲਾ ਜਿਹੜੀ ਆ ਉਹ ਵਿੱਚ ਰਹਿ ਕੇ ਚੜ੍ਹਦੀ ਕਲਾ ਵਾਲੀ ਜਿੱਤ ਨੂੰ ਪ੍ਰਾਪਤ ਕਰਕੇ ਵਾਪਸ ਆਉਣ। ਫਿਰ ਆਪਾਂ ਪਰਤ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਵੱਲ ਆ ਜਾਈਏ। ਗੁਰੂ ਸਾਹਿਬ ਕਹਿੰਦੇ, ਮਨਾ ਤੂੰ ਧਿਆਨ ਲਾ ਕੇ ਇੱਕ ਗੱਲ ਸੁਣ ਲੈ, ਜੇਬਾਂ ਨਾਲ ਵਾਹਿਗੁਰੂ ਜੀ ਦੇ ਗੁਣ ਗਾਇਆ ਕਰ ਤੇ ਕੰਨਾਂ ਨਾਲ ਪਰਮੇਸ਼ਵਰ ਦਾ ਨਾਮ ਸੁਣਿਆ ਕਰ। ਉਹਦੇ ਵੱਟੇ ਤੈਨੂੰ ਕੀ ਮਿਲੇਗਾ? ਪਰਹਿ ਨਾ ਜਮ ਕੈ ਧਾਮ, ਤੈਨੂੰ ਦੁੱਖਾਂ ਦੇ ਘਰ ਦੇ ਵਿੱਚ ਨਹੀਂ ਪੈਣਾ ਪਵੇਗਾ। ਤੇਰਾ ਵਾਸਾ ਦੁੱਖਾਂ ਦੇ ਘਰ ਵਿੱਚ ਨਹੀਂ ਹੋਏਗਾ। ਤੈਨੂੰ ਨਰਕ ਭਰੀ ਜ਼ਿੰਦਗੀ ਨਹੀਂ ਜਿਉਣੀ ਪਏਗੀ। ਤੇਰੀ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਆ ਜਾਣਗੇ। ਉਹਦੇ ਲਈ ਸਤਿਗੁਰੂ ਜੀ ਨੇ ਜੋ ਸਾਡੇ ਤੇ ਅੱਜ ਕਿਰਪਾ ਕੀਤੀ, ਆਪਾਂ ਉਹੀ ਦਾਤ ਗੁਰੂ ਸਾਹਿਬ ਕੋਲੋਂ ਮੰਗਣੀ ਹੈ, ਕਿਉਂਕਿ ਨਾਮ ਨੂੰ ਹੀ ਜਪਣਾ ਤੇ ਨਾਮ ਨੂੰ ਹੀ
ਸੁਣਨਾ ਹੈ। ਨਾਮ ਵਿੱਚੋਂ ਹੀ ਸ਼ੁਭ ਗੁਣ ਆਪਾਂ ਗਾਉਣੇ ਨੇ। ਅਰਦਾਸ ਕਰੀਏ ਸਤਿਗੁਰੂ ਤੁਹਾਡੇ ਚਰਨਾਂ ਵਿੱਚ ਆਏ ਹਾਂ, ਔਰ ਜਿੰਨਾ ਚਿਰ ਸਵਾਸ ਹੈ ਤੁਹਾਡੇ ਦਰ ਤੇ ਆਉਂਦੇ ਰਹੀਏ, ਤੇ ਆ ਕੇ ਇੱਕ ਮੰਗ ਅਸੀਂ ਮੰਗ ਕੇ ਆਪਣੇ ਹਿਰਦੇ ਦੀ ਝੋਲੀ ਭਰਦੇ ਰਹੀਏ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਇਹ ਅਰਦਾਸ ਕਰੀਏ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ ਦੇ, ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੇ ਔਰ ਬਾਣੀ ਦੇ ਨਾਲ ਜੋੜਨ, ਨਿਤਨੇਮ ਦੇ ਨਾਲ ਜੋੜਨ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਮਿਹਰ ਦਾ ਹੱਥ ਰੱਖਣ। ਆਪ ਵੀ ਜੁੜ ਜਾਓ, ਹੋਰਾਂ ਨੂੰ ਵੀ ਜੋੜਨ ਦਾ ਯਤਨ ਕਰੀਏ। ਅੱਜ ਦਾ ਇਹ ਪਾਵਨ ਸ਼ਲੋਕ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ ਜੀ। ਜਿਹਬਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰਿ ਨਾਮ। ਕਹੋ ਨਾਨਕ ਸੁਨ ਰੇ ਮਨਾ, ਪਰਹਿ ਨ ਜਮ ਕੈ ਧਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।